ਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਧਨ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੈਂਤ ਪੁੱਤਰ ਸੁਨ ਗਿਰਾ ਉਚਾਰੀ। ਹਮਹਿ ਬਤਾਏ ਬਾਤ ਇਹ ਸਾਰੀ। ਅਸ ਤੁਮ ਗਿਆਨ ਕਹਾਂ ਤੇ ਪਾਵਾ। ਸਰਬੈ ਸਾਰ ਅਸਾਰ ਲਖਾਵਾ। ਦੈਂਤ ਪੁੱਤਰ ਸੁਨ ਗਿਰਾ ਉਚਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜੀਆਂ ਦੀ ਕਲਿਆਣ ਕਰਦਿਆਂ ਹੋਇਆਂ ਸਤਿਗੁਰੂ ਸੁਮੇਰ ਪਰਬਤ ਤੇ ਪਹੁੰਚਦੇ ਹਨ। ਸਿੱਧਾਂ ਨੂੰ ਉਪਦੇਸ਼ ਦੇ ਕੇ ਮਹਾਰਾਜ ਅੱਗੇ ਜਾਂਦੇ ਨੇ। ਜਿੱਥੇ ਕਾਕ ਪਸੁੰਡ ਦਾ ਨਿਵਾਸ ਸੀ ਉਸ ਰਿਖੀ ਨੂੰ ਉਪਦੇਸ਼ ਦੇ ਕੇ ਨਿਹਾਲ ਕਰਕੇ ਦੱਤਾਤਰੇయ ਦੇ ਤਾਈਂ ਉਹਨੂੰ ਮਹਾਰਾਜ ਜੀ ਨੇ ਦਰਸ਼ਨ ਬਖਸ਼ੇ ਹਨ। ਕਿਉਂਕਿ ਇਹ ਸਾਰੇ ਰਿਖੀ ਪਰਮਾਤਮਾ ਦੀ ਆਰਾਧਨਾ ਕਰ ਰਹੇ ਹਨ। ਉਸ ਪਰਮਾਤਮਾ ਨਿਰੰਕਾਰ ਨੇ ਸਰਗੁਣ ਸਰੂਪ ਧਾਰਨ ਕੀਤਾ ਹੈ। ਇਹਨਾਂ ਦੀਆਂ ਭਾਵਨਾਵਾਂ ਦਰਸ਼ਨ ਦੇ ਕੇ ਪੂਰੀਆਂ ਕੀਤੀਆਂ ਹਨ। ਜਿੱਥੇ ਪ੍ਰਹਿਲਾਦ ਜੀ ਦਾ ਅਸਥਾਨ ਹੈ ਉੱਥੇ ਗਏ ਨੇ। ਪ੍ਰਹਿਲਾਦ ਜੀ ਪਾਸੋਂ ਭਾਈ ਬਾਲਾ ਜੀ ਕਹਿੰਦੇ ਮੈਂ ਸਾਰੀ ਵਿਥਿਆ ਉਹਨਾਂ ਪਾਸੋਂ ਪੁੱਛੀ ਕਿ ਕਿਸ ਤਰ੍ਹਾਂ ਆਪ ਜੀ ਦੇ ਨਾਲ ਜੋ ਘਟਨਾ ਵਾਪਰੀ ਹੈ ਸਾਨੂੰ ਸਾਰੀ ਹੀ ਸੁਣਾਓ। ਤੇ ਭਗਤ ਪ੍ਰਹਿਲਾਦ ਜੀ ਨੇ ਇਹਨਾਂ ਦੇ ਪੁੱਛਣ ਤੇ ਸਾਰੀ ਹੀ ਆਪਣੀ ਜੀਵਨ ਵਿਥਿਆ ਸੁਣਾਈ ਕਿ ਕਿਸ ਤਰ੍ਹਾਂ ਹਰਨਾਕਸ਼ ਦੇ ਘਰ ਸਾਡਾ ਜਨਮ ਹੋਇਆ। ਉਸ ਦੇ ਘਰ ਜਨਮ ਲੈ ਕੇ ਪ੍ਰਭੂ ਦੀ ਭਗਤੀ ਦੀ ਸਿਮਰਨ ਦੀ ਗੱਲ ਕਰਦੇ ਸਨ। ਹਰਨਾਕਸ਼ ਨੇ ਪੜ੍ਹਨ ਵਾਸਤੇ ਸੰਡੇ ਅਤੇ ਮਰਕੇ ਪਾਸ ਭੇਜਿਆ। ਕੁਝ ਸਮੇਂ ਬਾਅਦ ਪ੍ਰਹਿਲਾਦ ਜੀ ਘਰੇ ਆਏ ਪਰ ਫਿਰ ਵੀ ਸਿਮਰਨ ਦੀ ਗੱਲ ਕਰਦੇ, ਪ੍ਰਭੂ ਦੀ ਭਗਤੀ ਦੀ ਗੱਲ ਕਰਦੇ। ਫਿਰ ਹਰਨਾਕਸ਼ ਨੇ ਲੰਮਾ ਸਮਾਂ ਸੰਡੇ ਅਤੇ ਮਰਕੇ ਨੂੰ ਕਿਹਾ ਕਿ ਆਪਣੇ ਪਾਸ ਲੈ ਜਾਓ। ਜਿੰਨਾ ਚਿਰ ਦੈਂਤਾਂ ਦਾ ਗੁਰੂ ਸ਼ੁਕਰ ਨਹੀਂ ਆਉਂਦਾ ਉਹਨਾਂ ਚਿਰ ਇਹਨੂੰ ਬੰਨ੍ਹ ਕੇ ਆਪਣੇ ਪਾਸ ਰੱਖੋ ਤੇ ਪੜ੍ਹਾਓ। ਸੰਡਾ ਅਤੇ ਮਰਕਾ ਆਪਣੀ ਵਿਦਿਆ ਪੜ੍ਹਾਉਂਦੇ ਪਰ ਪ੍ਰਹਿਲਾਦ ਜੀ ਕਹਿੰਦੇ ਮੇਰੇ ਮਨ ਉੱਤੇ ਕੋਈ ਅਸਰ ਨਹੀਂ ਸੀ ਕਰਦੀਆਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਰਾਗ ਤੇ ਦਵੈਸ਼ ਨਾਲ ਭਰੀਆਂ ਸੀ। ਮਨ ਮੇਰਾ ਪ੍ਰਭੂ ਭਗਤੀ ਵਿੱਚ ਸਿਮਰਨ ਦੇ ਵਿੱਚ ਜੁੜਿਆ ਸੀ। ਜਦੋਂ ਆਪਣੇ ਘਰ ਦੇ ਕੰਮਾਂ ਦੇ ਵਿੱਚ ਚਲੇ ਜਾਂਦੇ ਤੇ ਦੈਂਤਾਂ ਦੇ ਪੁੱਤਰ ਮੇਰੇ ਪਾਸ ਆ ਕੇ ਬੈਠ ਜਾਂਦੇ। ਉਹਨਾਂ ਨੂੰ ਵੀ ਮੈਂ ਇਹ ਉਪਦੇਸ਼ ਦਿੰਦਾ ਕਿ ਇਹ ਜਿਹੜਾ ਤਨ ਹੈ ਸਰੀਰ ਹੈ ਬੜਾ ਦੁਰਲੱਭ ਹੈ। ਇਸ ਕਰਕੇ ਲੰਮੇ ਸਮੇਂ ਬਾਅਦ ਇਹ ਮਨੁੱਖਾਂ ਦੇ ਹੀ ਸਰੀਰ ਮਿਲਿਆ ਹੈ, ਨਾ ਇਹ ਥਿਰ ਰਹਿਣ ਵਾਲਾ ਹੈ। ਇਸ ਕਰਕੇ ਇਸ ਦੀ ਕਦਰ ਸਮਝੋ ਕਿਉਂਕਿ ਬੰਦੇ ਦੀ ਜਿਹੜੀ ਉਮਰ ਹੈ ਅੱਧੀ ਤਾਂ ਸੁੱਤਿਆਂ ਬਤੀਤ ਹੋ ਜਾਂਦੀ ਹੈ, ਅੱਧੀ ਬਾਲਕ ਅਵਸਥਾ ਵਿੱਚ ਬਤੀਤ ਹੁੰਦੀ ਹੈ। ਫਿਰ ਜਿਹੜੀ ਬਹੁਤੀ ਸੋਝੀ ਆਉਣ ਲੱਗਦੀ ਹੈ ਇਸਤਰੀ ਦੇ ਮੋਹ ਦੇ ਵਿੱਚ ਵੱਜ ਜਾਂਦਾ ਹੈ। ਘਰ ਪਰਿਵਾਰ ਨੂੰ ਸੰਭਾਲਦਾ ਸਾਰੀ ਉਮਰ ਬਤੀਤ ਕਰ ਲੈਂਦਾ ਹੈ। ਇਸ ਕਰਕੇ ਜਿਹੜੇ ਕੰਮ ਵਾਸਤੇ ਸੰਸਾਰ ਵਿੱਚ ਆਇਆ ਸੀ ਉਹ ਤਾਂ ਸਾਰੀ ਉਮਰ ਹੀ ਭੁਲਾਈ ਰੱਖਦਾ ਹੈ। ਜਿਨ੍ਹਾਂ ਭੋਗਾਂ ਵਾਸਤੇ ਤੁਸੀਂ ਯਤਨ ਕਰਦੇ ਉਹ ਭੋਗ ਤਾਂ
ਅਨੇਕਾਂ ਜੂਨਾਂ ਵਿੱਚ ਭੋਗ ਆਏ ਹਾਂ। ਹੁਣ ਇਹ ਜਿਹੜਾ ਸਰੀਰ ਮਿਲਿਆ ਹੈ ਇਹ ਬੰਦਗੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ ਪ੍ਰਾਪਤ ਹੋਇਆ ਹੈ। ਭਜਹੁ ਗੋਬਿੰਦ ਭੂਲ ਮਤ ਜਾਹੁ, ਮਾਨਸ ਜਨਮ ਕਾ ਇਹੀ ਲਾਹੁ। ਇਸ ਦੇਹੀ ਕਉ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਇਹ ਮਨੁੱਖਾ ਦੇ ਮਿਲੀ ਹੈ, ਇਸ ਨੂੰ ਭਜਨ ਬੰਦਗੀ ਕਰਕੇ ਸਫਲ ਕਰੋ। ਪ੍ਰਭੂ ਦੀ ਕਿਰਪਾ ਦੇ ਨਾਲ ਹੀ ਮਨ ਵਿੱਚ ਵਿਰਾਗ ਪੈਦਾ ਹੁੰਦਾ ਹੈ। ਵਿਰਾਗ ਪੈਦਾ ਹੋਣ ਦੇ ਨਾਲ ਸੰਸਾਰ ਜਿਹੜਾ ਹੈ ਉਹ ਨਾਸਵੰਤ ਲੱਗਣ ਲੱਗ ਜਾਂਦਾ ਹੈ। ਪ੍ਰਭੂ ਦਾ ਨਾਮ ਇੱਕ ਜਿਹੜਾ ਹੈ ਉਹ ਸਤ ਪ੍ਰਤੀਤ ਹੁੰਦਾ ਹੈ। ਫਿਰ ਸਾਰੇ ਪਾਸੇ ਉਹ ਪ੍ਰਭੂ ਦਾ ਹੀ ਪਸਾਰਾ ਦਿਸਦਾ ਹੈ। ਜਦੋਂ ਆਪਣੇ ਨਿਜ ਸਰੂਪ ਦੀ ਪਛਾਣ ਕਰ ਲਈਦੀ ਹੈ, ਅੰਤਰ ਆਤਮੇ ਦੇ ਵਿੱਚ ਬਿਰਤੀ ਜਿਹੜੀ ਉਹ ਟਿਕ ਜਾਂਦੀ ਹੈ। ਇਹ ਸੰਸਾਰ ਜਿਹੜਾ ਨਾਸਵੰਤ ਜਾਣ ਲਈਦਾ ਹੈ, ਇਹ ਅਭਿਆਸ ਪੱਕਾ ਹੋ ਜਾਂਦਾ ਹੈ। ਇੱਥੋਂ ਤੱਕ ਆਪਾਂ ਕੱਲ ਕਥਾ ਸਰਵਣ ਕੀਤੀ ਸੀ, ਜਿਸ ਤਰ੍ਹਾਂ ਦੈਂਤਾਂ ਦੇ ਪੁੱਤਰ ਪ੍ਰਹਿਲਾਦ ਜੀ ਨੂੰ ਪੁੱਛਦੇ ਨੇ ਕਿ ਗਿਆਨ ਤੈਨੂੰ ਕਿੱਥੋਂ ਪ੍ਰਾਪਤ ਹੋਇਆ ਹੈ। ਪ੍ਰਹਿਲਾਦ ਜੀ ਸਾਰੀ ਵਿਥਿਆ ਸੁਣਾਉਣਗੇ। ਬਾਅਦ ਵਿੱਚ ਹਰਨਾਕਸ਼ ਨੂੰ ਜਦੋਂ ਪਤਾ ਲੱਗਦਾ ਹੈ, ਜਦੋਂ ਜਿਹੜਾ ਦੈਂਤਾਂ ਦਾ ਗੁਰੂ ਸ਼ਿਕਾਇਤ ਕਰਦਾ ਹੈ ਤੇ ਹਰਨਾਕਸ਼ ਆਪਣੇ ਵੱਲੋਂ ਪ੍ਰਹਿਲਾਦ ਜੀ ਨੂੰ ਮਾਰਨ ਦਾ ਯਤਨ ਕਰਦਾ ਹੈ ਤਲਵਾਰ ਦੇ ਨਾਲ। ਜਿਸ ਤਰ੍ਹਾਂ ਉਹ ਪ੍ਰਭੂ ਨੇ ਨਰ ਸਿੰਘ ਰੂਪ ਧਾਰਨ ਕੀਤਾ, ਅਵਤਾਰ ਭੇਜੇ ਅਤੇ ਥੰਮ ਚੋਂ ਪ੍ਰਗਟ ਹੋ ਕੇ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ, ਹਰਨਾਕਸ਼ ਦਾ ਵਧ ਕੀਤਾ। ਉਹ ਵਿਚਾਰ ਅੱਗੇ ਆ ਰਹੀ ਹੈ। ਉਹ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੀ ਜੀਵਨ ਕੌਤਕਾਂ ਦੀ ਜੋ ਕਥਾ ਸਰਵਣ ਕਰਦੇ ਆ ਰਹੇ ਹਾਂ, ਇਹ ਅੰਮ੍ਰਿਤ ਦੀ ਤਰ੍ਹਾਂ ਹੈ। ਕੰਨਾਂ ਨੂੰ ਡੋਨੇ ਬਣਾ ਲਈਏ, ਇਸ ਅੰਮ੍ਰਿਤ ਨੂੰ ਪੀ ਕਰਕੇ ਆਨੰਦ ਪ੍ਰਾਪਤ ਕਰਨਾ ਕਰੀਏ। ਕਰੋ ਕਿਰਪਾ, ਸਮੁੱਚੀ ਸੰਗਤ ਦਿਓ ਅਸੀਸ, ਸਾਰੇ ਹੀ ਰਸਨਾ ਕਰੋ ਪਵਿੱਤਰ। ਪ੍ਰੇਮ ਸਤਿਕਾਰ ਸਹਿਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੈਂਤ ਪੁੱਤਰ ਸੁਨ ਗਿਰਾ ਉਚਾਰੀ। ਪ੍ਰਹਿਲਾਦ ਜੀ ਪਾਸੋਂ ਇਹ ਗਿਆਨ ਸੁਣਿਆ ਹੈ ਦੈਂਤਾਂ ਦੇ ਪੁੱਤਰਾਂ ਨੇ। ਸੁਣ ਕੇ ਭਗਤ ਪ੍ਰਹਿਲਾਦ ਜੀ ਨੂੰ ਪੁੱਛਣ ਲੱਗੇ, ਹਮਹਿ ਬਤਾਏ ਬਾਤ ਇਹ ਸਾਰੀ। ਕਹਿੰਦੇ ਪ੍ਰਹਿਲਾਦ, ਸਾਡਾ ਇਹ ਮਨ ਦੇ ਵਿੱਚ ਸ਼ੰਕਾ ਹੈ, ਦੂਰ ਕਰ, ਸਾਨੂੰ ਇਹਦਾ ਉੱਤਰ ਦੇ। ਅਸਤਮ ਗਿਆਨ ਕਹਾਂ ਤੇ ਪਾਵਾ। ਜਿਹੜਾ ਆਤਮ ਗਿਆਨ ਤੂੰ ਸਾਨੂੰ ਸੁਣਾ ਰਿਹਾ ਹੈ, ਇਹ ਗਿਆਨ ਤੈਨੂੰ ਕਿੱਥੋਂ ਪ੍ਰਾਪਤ ਹੋਇਆ ਹੈ? ਸਰਬਹਿ ਸਾਰੇ ਅਸਾਰ ਲਖਾਵਾ। ਸਾਰਾ ਸੱਚ ਤੇ ਝੂਠ ਸਾਨੂੰ ਤੂੰ ਜਣਾ ਦਿੱਤਾ ਹੈ। ਸੱਚ ਕੀ ਹੈ ਕਿ ਪ੍ਰਮਾਤਮਾ ਜਿਹੜਾ ਹੈ ਉਹ ਅਬਨਾਸੀ ਹੈ, ਉਹ ਕਰਤਾ ਅਬਨਾਸੀ ਹੈ। ਇਹ ਸੰਸਾਰ ਨਾਸ਼ਵੰਤ ਹੈ। ਪਰ ਸੁਣਿਆ ਤਾਂ ਬਹੁਤ ਵਾਰ ਸੀ, ਪਰ ਅੱਜ ਤੁਹਾਡੇ ਕੋਲੋਂ ਉਪਦੇਸ਼ ਲੈ ਕੇ ਸਾਡੇ ਮਨ ਨੇ ਦ੍ਰਿੜ ਕਰ ਲਿਆ। ਕਿਉਂਕਿ ਜਦ ਕਮਾਈ ਵਾਲਾ ਕੋਈ ਉਪਦੇਸ਼ ਸੁਣਾਵੇ, ਉਹ ਹਿਰਦੇ ਦੀ ਗਹਿਰਾਈਆਂ ਤੱਕ ਉਪਦੇਸ਼ ਉਤਰਦਾ ਹੈ ਤੇ ਫਿਰ ਉਸ ਨੂੰ ਕਮਾਉਣ ਦਾ ਵੀ ਜੀਵ ਯਤਨ ਕਰਦਾ। ਕਹਿਣ ਲੱਗੇ, ਅਸੀਂ ਤੁਹਾਡੇ ਪਾਸੋਂ ਅੱਜ ਸੁਣਿਆ ਹੈ ਸੰਸਾਰ ਨਾਸਵੰਤ ਹੈ, ਉਹ ਪਰਮਾਤਮਾ ਦਾ ਨਾਮ ਸਤ ਹੈ। ਹਮ ਤੁਮ ਪੜਤ ਗੁਰੂ ਏਕ ਮਾਹੀ। ਅਸੀਂ ਅਤੇ ਤੁਸੀਂ ਇੱਕੋ ਗੁਰੂ ਪਾਸੋਂ ਪੜ ਰਹੇ ਹਾਂ। ਅਪਰ ਨਿਕਟ ਗਮ ਨੇ ਕਬ ਨਾਹੀ। ਨਾ ਹੀ ਹੋਰ ਕਿਸੇ ਪਾਸੋਂ ਜਾ ਕੇ ਸਿੱਖਿਆ ਲੈਨੇ ਆ। ਔਰ ਨਾ ਕੋ ਆਵਾ ਇਹ ਥਾਨਾ। ਨਾ ਹੀ ਕੋਈ ਪੜਾਉਣ ਵਾਲਾ ਟੀਚਰ ਗੁਰੂ ਸਾਨੂੰ ਬਾਹਰੋਂ ਕੋਈ ਇੱਥੇ ਆਇਆ ਹੈ। ਕਬਹੂ ਨਹਿ ਸਤਸੰਗ ਮਿਲਾਨਾ। ਨਾ ਹੀ ਕਿਤੇ ਹੋਰ ਜਾ ਕੇ ਕਿਸੇ ਦੀ ਸੰਗਤ 'ਚ ਬੈਠੇ ਆ। ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਪਿਤਾ ਨੇ ਪੜ੍ਹਾਉਣ ਵਾਸਤੇ ਸੰਡੇ ਅਤੇ ਮਰਕੀ ਪਾਸ ਭੇਜਿਆ। ਇਹੋ ਹੀ ਤੁਹਾਨੂੰ ਘਰੇ ਛੱਡ ਕੇ ਆਏ ਤੇ ਫਿਰ ਸਦਾ ਲਈ ਤੁਹਾਡੇ ਪਿਤਾ ਨੇ ਇਹਨਾਂ ਦੇ ਵਸ ਪਾ ਦਿੱਤਾ। ਬਾਹਰੋਂ ਕੋਈ ਸੰਗਤ ਜਿਹੜੀ ਉਹ ਤੁਹਾਨੂੰ ਨਹੀਂ ਮਿਲੀ ਹੈ। ਔਰ ਨਾ ਆਇਓ ਤੂੰ ਨਹਿ ਗਇਓ। ਨਾ ਕੋਈ ਬਾਹਰੋਂ ਚੱਲ ਕੇ ਆਇਆ, ਨਾ ਤੁਸੀਂ ਕਿਸੇ ਦੀ ਸੰਗਤ 'ਚ ਗਏ ਹੋ। ਐਸੋ ਗਿਆਨ ਕਹਾਂ ਤੇ ਭਇਓ। ਇਹ ਦੱਸੋ ਕਿ ਤੁਹਾਨੂੰ ਇਹ ਆਤਮ ਗਿਆਨ ਜਿਹੜਾ ਹੈ, ਬ੍ਰਹਮ ਗਿਆਨ ਜਿਹੜਾ ਹੈ, ਇਹ ਕਿੱਥੋਂ ਪ੍ਰਾਪਤ ਹੋਇਆ ਹੈ? ਇਹ ਸੰਸਾਰ ਦੇਹੋ ਮਿਟਾਈ। ਸਾਡੇ ਮਨ ਵਿੱਚ ਸ਼ੰਕਾ ਹੈ, ਆਪ ਕਿਰਪਾ ਕਰਕੇ ਦੂਰ ਕਰੋ। ਤਿਨ ਤੇ ਸੁਣ ਮੈਂ ਗਿਰਾ ਅਲਾਈ। ਪ੍ਰਹਿਲਾਦ ਜੀ ਕਹਿੰਦੇ, ਮੈਂ ਉਹਨਾਂ ਦੈਂਤਾਂ ਦੇ ਪੁੱਤਰਾਂ ਪਾਸੋਂ ਇਹ ਗੱਲ ਸੁਣ ਕੇ ਨਾ ਉਹਨਾਂ ਨੂੰ ਇਸ ਤਰ੍ਹਾਂ ਉੱਤਰ ਦਿੱਤਾ। ਜਬ ਮਮ ਪਿਤ ਤਬ ਹੇਤ ਪਧਾਰਾ। ਜਦੋਂ ਮੇਰਾ ਪਿਤਾ ਹਰਨਾਕਸ਼ ਤਪ ਕਰਨ ਵਾਸਤੇ ਜੰਗਲ ਵਿੱਚ ਗਿਆ ਸੀ। ਮੰਦਰਾਂਚਲ ਪਰ ਹੱਠ ਵੱਡ ਧਾਰਾ। ਫਿਰ ਮੰਦਰਾਚਲ ਇੱਕ ਪਹਾੜ ਦਾ ਨਾਮ ਹੈ। ਉਸ ਮੰਦਰਾਚਲ ਪਰਬਤ ਦੀ ਚੋਟੀ ਉੱਤੇ ਬਹੁਤ ਇਹਨੇ ਹੱਠ ਕਰਕੇ ਤਪ ਕੀਤਾ ਸੀ। ਸੁਨ ਕਰ ਸਰੋਣ ਸੁਰਨ ਸਮੂਹਾ। ਜਦ ਦੇਵਤਿਆਂ ਨੇ ਕੰਨਾਂ ਵਿੱਚ ਇਹ ਖਬਰ ਸੁਣੀ ਹੈ ਕਿ ਹਰਨਾਕਸ਼ ਤਪ ਕਰਨ ਗਿਆ ਹੈ,
ਤੇ ਉਹਨਾਂ ਨੂੰ ਡਰ ਪੈ ਗਿਆ ਸੀ ਕਿ ਹਰਨਾਕਸ਼ ਜਦ ਤਪ ਕਰਕੇ ਬ੍ਰਹਮ ਲੋਕ ਤੋਂ ਵਰ ਪ੍ਰਾਪਤ ਕਰਕੇ ਆਵੇਗਾ ਤੇ ਫਿਰ ਸਾਡਾ ਕੀ ਬਣੇਗਾ। ਇਸ ਕਰਕੇ ਦੇਵਤਿਆਂ ਨੇ ਜਦੋਂ ਕੰਨਾਂ ਦੇ ਵਿੱਚ ਇਹਦੇ ਖਬਰ ਸੁਣੀ ਹੈ ਕਿ ਹਰਨਾਕਸ਼ ਜਿਹੜਾ ਦੈਂਤ ਹੈ ਤਪ ਕਰਨ ਦੇ ਲਈ ਮੰਦਰਾਚਲ ਪਰਬਤ ਤੇ ਗਿਆ ਹੈ, ਸੈਨ ਬਟੋਰੀ ਕੀਨੀ ਬਊਆ, ਤੇ ਦੇਵਤਿਆਂ ਨੇ ਆਪਣੀ ਸੈਨਾ ਜਿਹੜੀ ਸੀ ਉਹ ਇਕੱਠੀ ਕਰ ਲਈ ਕਤਾਰ ਦੇ ਵਿੱਚ। ਹਰਖ ਪਰਸਪਰ ਬਚਨ ਬਖਾਨਾ, ਆਪਸ ਵਿੱਚ ਬੜੇ ਪ੍ਰਸੰਨ ਹੋਏ ਕਿ ਹੁਣ ਹਰਨਾਕਸ਼ ਆਪਣੀ ਨਗਰੀ ਮੁਲਤਾਨ ਵਿੱਚ ਨਹੀਂ ਹੈ। ਆਪਸ ਵਿੱਚ ਪ੍ਰਸੰਨ ਹੋ ਕੇ ਕਹਿਣ ਲੱਗੇ, ਦਾਨਵ ਕੁਲ ਕੋ ਕਰੋ ਨਿਦਾਨਾ, ਚਲੋ ਚਲੀਏ ਦੈਂਤਾਂ ਦੀ ਰਾਜਧਾਨੀ ਮੁਲਤਾਨ ਦੇ ਵਿੱਚ ਜਾ ਕੇ ਇਹਨਾਂ ਦੈਂਤਾਂ ਦੀ ਕੋਲੀ ਨਾਸ ਕਰ ਦਈਏ। ਇੱਕ ਤੇ ਹੁੰਦਾ ਕੋਈ ਲੜਨ ਵਾਸਤੇ ਆ ਰਿਹਾ ਤੇ ਉਹਦੇ ਨਾਲ ਲੜਾਈ ਕਰਨੀ, ਜੰਗ ਕਰਨਾ, ਪਰ ਇਹਨਾਂ ਦਾ ਧਿਆਨ ਸੀ ਕਿ ਇਹਨਾਂ ਦੀ ਕੁੱਲ ਹੀ, ਇਹਨਾਂ ਦੀ ਬੰਸ ਹੀ ਨਾਸ ਕਰ ਦੇਣੀ ਹੈ ਕਿ ਦੈਂਤਾਂ ਦਾ ਕੋਈ ਵੀ ਜਿਹੜਾ ਬਾਲਕ ਬਚੇ ਹੀ ਨਾ। ਬਿਨ ਪ੍ਰਯਾਸ ਰਣਜੇਸ਼ ਨਿਸ਼ਾਨਾ, ਕਹਿਣ ਲੱਗੇ ਕਿ ਬਿਨਾਂ ਯਤਨ ਕੀਤਿਆਂ ਆਪਾਂ ਮੁਲਤਾਨ ਦੇ ਉੱਤੇ ਫਤਿਹ ਪਾ ਲਾਂਗੇ, ਕਿਉਂਕਿ ਜਿਹੜਾ ਹਰਨਾਕਸ਼ ਹੈ ਇਹਨਾਂ ਵਿੱਚੋਂ ਬੜਾ ਤਾਕਤਵਰ ਹੈ, ਇਹਨਾਂ ਦਾ ਰਾਜਾ ਵੀ ਹੈ। ਉਹ ਤੇ ਤਪ ਕਰਨ ਵਾਸਤੇ ਮੰਦਰਾਚਲ ਪਰਬਤ ਤੇ ਗਿਆ ਹੈ, ਕਿਉਂ ਨਾ ਆਪਾਂ ਜਾ ਕੇ ਇਹਨਾਂ ਦੀ ਰਾਜਧਾਨੀ ਤੇ ਚੜ੍ਹਾਈ ਕਰੀਏ ਤੇ ਨਿਰਯਤਨ ਬਿਨਾਂ ਯਤਨ ਕੀਤਿਆਂ ਕੋਈ ਵੱਡੀ ਇਸੇ ਤਰ੍ਹਾਂ ਕੋਈ ਯਤਨ ਕਰਨ ਦੀ ਲੋੜ ਨਹੀਂ ਤੇ ਜਾ ਕੇ ਇਹਨਾਂ ਤੇ ਫਤਿਹ ਪਾ ਲਈਏ। ਜਿਮ ਭੇਲ ਕਾ ਹੈ ਕੀਏ ਹਾਨਾ, ਜਿਸ ਤਰ੍ਹਾਂ ਕੀੜੀਆਂ ਮਿਲ ਕੇ ਹਾਥੀ ਦਾ ਨਾਸ਼ ਕਰ ਦਿੰਦੀਆਂ ਨੇ, ਕਟਕ ਬਟੋਰੇ ਆਣ ਰਜਧਾਨੀ, ਇਸ ਤਰ੍ਹਾਂ ਕਰੋੜਾਂ ਦੀ ਗਿਣਤੀ ਹੈ ਦੇਵਤਿਆਂ ਦੀ। 33 ਕਰੋੜ ਦੇਵਤੇ ਮੰਨੇ ਹਨ, 9 ਕਰੋੜ ਦੇਵੀਆਂ ਹਨ, ਇਹਨਾਂ ਦੀ ਗਿਣਤੀ ਮੰਨੀ ਹੈ। ਕਹਿੰਦੇ ਕਰੋੜਾਂ ਦੀ ਗਿਣਤੀ ਸੀ ਇਹਨਾਂ ਦੇਵਤਿਆਂ ਦੀ, ਵੱਡੀ ਫੌਜ ਇਕੱਠੀ ਕਰਕੇ ਆ ਗਏ। ਮੰਡਿਓ ਜੁੱਧ ਕ੍ਰੋਧ ਕਰ ਮਾਨੀ, ਬਹੁਤ ਕ੍ਰੋਧ ਦੇ ਵਿੱਚ ਆ ਕੇ ਇਹਨਾਂ ਨੇ ਜੰਗ ਜਿਹੜਾ ਸੀ ਦੈਂਤਾਂ ਨਾਲ ਸ਼ੁਰੂ ਕਰ ਦਿੱਤਾ। ਦਾਨਵ ਮਿਲੇ ਇੱਕ ਥਾਂ ਤੇ ਕਾਲਾ, ਇਹ ਜਿਹੜੇ ਦੈਂਤ ਸੀ ਇਹ ਵੀ ਉਸ ਸਮੇਂ ਇੱਕ ਥਾਂ ਦੇ ਉੱਤੇ ਇਕੱਠੇ ਹੋਏ। ਦਾਰੁਣ ਸੰਗੁਰ ਕੀਨ ਵਸਾਲਾ, ਬੜਾ ਭਿਆਨਕ ਜਿਹੜਾ ਜੰਗ ਸੀ ਇਹਨਾਂ ਦੇ ਵਿੱਚ ਹੋਇਆ, ਦੇਵਤਿਆਂ ਦੇ ਵਿੱਚ ਤੇ ਦੈਂਤਾਂ ਦੇ ਵਿੱਚ। ਗਦਾ ਤ੍ਰਿਸ਼ੂਲਨ ਗਿਰਤਰ ਭਾਰੇ, ਤੇ ਉਧਰ ਇਧਰ ਇਹਨਾਂ ਨੇ ਭਾਰੀ ਜਿਹੜੇ ਤਰਸ਼ੂਲ ਸਨ, ਗਦਾ ਤਰਸ਼ੂਲਨ ਗਿਰ ਤਰ ਭਾਰੇ, ਤੇ ਵੱਡੇ ਵੱਡੇ ਤਰਸ਼ੂਲ ਗਦੇ ਅਤੇ ਪਹਾੜ ਰੁੱਖ ਜਿਹੜੇ ਸਨ। ਇੱਕ ਹੈ ਬਾਰ ਸੁਰਨ ਪਰ ਡਾਰੇ, ਇਹ ਦੈਂਤ ਵੀ ਬੜੇ ਤਾਕਤਵਰ ਸਨ, ਜਿੱਥੇ ਗਦੇ ਦਾ ਵਾਰ ਕੀਤਾ, ਤਰਸ਼ੂਲ ਦਾ ਵਾਰ ਕੀਤਾ, ਉੱਥੇ ਪਹਾੜਾਂ ਨੂੰ ਵੀ ਸੁੱਟਣ ਵਾਲੇ, ਭਾਵ ਵੱਡੇ ਵੱਡੇ ਪੱਥਰ ਜਿਹੜੇ ਸਨ ਉਹ ਦੇਵਤਿਆਂ ਦੇ ਉੱਤੇ ਸੁੱਟੇ, ਵੱਡੇ ਵੱਡੇ ਰੁੱਖ ਇਹਨਾਂ ਤੇ ਸੁੱਟੇ ਇੱਕੋ ਵਾਰ ਦੇ ਵਿੱਚ ਦੈਂਤਾਂ ਨੇ। ਤੇ ਬਚਾਏ ਇੰਦਰ ਕਰ ਕ੍ਰੋਧਾ, ਪਰ ਦੇਵਤਿਆਂ ਦਾ ਰਾਜਾ ਇੰਦਰ ਹੈ, ਉਹਨੇ ਬੜੇ ਕ੍ਰੋਧ ਵਿੱਚ ਗੁੱਸੇ ਵਿੱਚ ਆ ਕੇ ਤੇ ਆਪਣੇ ਜਿਹੜੇ ਦੇਵਤੇ ਸਨ ਉਹਨਾਂ ਦਾ ਬਚਾਅ ਕੀਤਾ। ਲੈ ਕਰ ਸੰਗ ਸਰਬ ਨਿਜ ਜੋਧਾ, ਆਪਣੇ ਨਾਲ ਜਿਹੜੇ ਦੇਵਤੇ ਯੋਧੇ ਸਨ ਉਹ ਨਾਲ ਲਏ ਹਨ। ਵਜਰ ਹਤਨ ਕੀਏ ਦੈਤ ਬਿਹਾਲਾ, ਇਹ ਵਜਰ ਇੰਦਰ ਦਾ ਇੱਕ ਭਾਰੀ ਸ਼ਸਤਰ ਹੈ ਤੇ ਇਸ ਸ਼ਸਤਰ ਦੇ ਨਾਲ ਕਈ ਜਿਹੜੇ ਦੈਂਤ ਸੀ ਇਹਨੇ ਮੌਤ ਦੇ ਘਾਟ ਉਤਾਰ ਦਿੱਤੇ। ਭਾਜੇ ਉਰ ਤਰ ਤਰਾਸ ਬਿਸਾਲਾ, ਜਿਹੜੇ ਇਹ ਦੈਂਤ ਸਨ ਉਹ ਹੁਣ ਡਰ ਗਏ, ਕਿਉਂਕਿ ਇੰਦਰ ਦਾ ਭਾਰੀ ਸ਼ਸਤਰ ਜਿਹੜਾ ਵਜਰ ਸੀ ਉਹਦੀ ਮਾਰ ਦੈਂਤਾਂ ਨੂੰ ਪਈ ਹੈ ਤੇ ਰਾਜੇ ਤੋਂ ਬਿਨਾਂ ਫੌਜ ਕਾਸ ਕੰਮ ਦੀ ਹੁੰਦੀ ਹੈ। ਇਹਨਾਂ ਦਾ ਰਾਜਾ ਤੇ ਤਪ ਕਰਨ ਵਾਸਤੇ ਮੰਦਰਾਚਲ ਪਰਬਤ ਤੇ ਗਿਆ ਸੀ ਹਰਨਾਕਸ਼, ਤੇ ਦੇਵਤਿਆਂ ਨੇ ਇਹ ਜਾਣ ਕੇ ਤੇ ਦੈਂਤਾਂ ਦੀ ਰਾਜਧਾਨੀ ਤੇ ਚੜ੍ਹਾਈ ਕਰਤੀ। ਤੇ ਜਦੋਂ ਦੇਵਤਿਆਂ ਨੂੰ ਦੈਂਤਾਂ ਨੇ ਮਾਰਿਆ, ਉਧਰੋਂ ਇੰਦਰ ਰਾਜਾ ਉਹਨਾਂ ਦੇ ਨਾਲ ਸੀ, ਉਹਨੇ ਆਪਣਾ ਭਾਰੀ ਜਿਹੜਾ ਸ਼ਸਤਰ ਸੀ ਵਜਰ ਉਹਦੀ ਮਾਰ ਦੈਂਤਾਂ ਨੂੰ ਮਾਰੀ ਤੇ ਦੈਂਤ ਜਿਹੜੇ ਸਨ ਉਹ ਭੱਜਣੇ ਸ਼ੁਰੂ ਹੋ ਗਏ। ਪੁੱਤਰ ਕਲਿਤਰ ਨਾ ਮਿੱਤਰ ਸੰਭਾਰਾ, ਉਹਨਾਂ ਦੈਂਤਾਂ ਨੇ ਆਪਣੀਆਂ ਜਾਨਾਂ ਬਚਾਈਆਂ, ਨਾ ਕਿਸੇ ਨੇ ਪੁੱਤਰਾਂ ਨੂੰ ਨਾ ਇਸਤਰੀਆਂ ਨੂੰ ਸੰਭਾਲਿਆ। ਪ੍ਰਾਣ ਬਚਾਵਨ ਹੇਤ ਵਿਚਾਰਾ, ਬਸ ਸੋਚਣ ਲੱਗੇ ਹੁਣ ਆਪਣੇ ਦੇਵਤਿਆਂ ਤੋਂ ਆਪਣੇ ਪ੍ਰਾਣ ਬਚਾ ਲਈਏ। ਪਾਏ ਵਿਜੈ ਕੋ ਅਧਿਕ ਪੁਰੰਦਰ, ਤੇ ਇੰਦਰ ਦੀ ਫਿਰ ਜਿੱਤ ਹੋਈ। ਇਸ ਜੰਗ ਦੇ ਵਿੱਚ ਦੈਂਤਾਂ ਨੂੰ ਨੇ ਜਿੱਤ ਲਿਆ। ਦੈਂਤ ਰਾਜ ਕੇ ਆਵਾ ਅੰਦਰ, ਜਿਹੜਾ ਦੈਂਤਾਂ ਦਾ ਰਾਜ ਭਾਗ ਸੀ ਮੁਲਤਾਨ ਇਹਨਾਂ ਦੀ ਨਗਰੀ ਸੀ, ਉਸ ਨਗਰੀ ਵਿੱਚ ਇੰਦਰ ਆਪਣੇ ਦੇਵਤੇ ਆਪਣੀਆਂ ਫੌਜਾਂ ਲੈ ਕੇ ਪ੍ਰਵੇਸ਼ ਕਰ ਗਏ। ਸਭ ਦਾਨਵ ਕੀ ਸੈਨ ਨੇ ਖੂਟੀ, ਜਿਹੜੀ ਦਾਨਵਾਂ ਦੀ ਦੈਂਤਾਂ ਦੀ ਸੈਨਾ ਜਿਹੜੀ ਸੀ ਉਹ ਸਾਰੀ ਅੰਦਰੋਂ ਮੁਕਾ ਦਿੱਤੀ। ਹਰਖਤ ਹੋਇਆ ਮੁਲਤਾਨ ਸੋ ਲੂਟੀ, ਬੜੀ ਖੁਸ਼ੀ ਅੰਦਰ ਧਾਰਨ ਕੀਤੀ ਇਹਨਾਂ ਦੇਵਤਿਆਂ ਨੇ, ਇੰਦਰ ਨੇ, ਇੰਦਰ ਦੀ ਫੌਜ ਨੇ। ਇਹ ਸਾਰੀ ਮੁਲਤਾਨ ਨਗਰੀ ਸੀ ਦੈਂਤਾਂ ਦੀ ਸਾਰੀ ਲੁੱਟ ਲਈ। ਮਮ ਮਾਤਾ ਕੋ ਗਹਿ ਅਸੁਰਾਰੀ, ਪ੍ਰਹਿਲਾਦ ਜੀ ਕਹਿੰਦੇ ਫਿਰ ਇਹਨਾਂ ਨੇ ਮੇਰੀ ਮਾਤਾ ਨੂੰ ਗਰਭਵਤੀ ਦੇਖਿਆ
ਤੇ ਇਹਨੇ ਇੰਦਰ ਨੇ ਪ੍ਰਣ ਕੀਤਾ ਸੀ ਕਿ ਮੈਂ ਦੈਂਤਾਂ ਦੀ ਕੁੱਲ ਹੀ ਖਤਮ ਕਰਾਂਗਾ। ਜਿਹੜੇ ਜਿਹੜੇ ਦੈਂਤ ਅੱਗੇ ਆਏ ਮਾਰ ਦਿੱਤੇ, ਕਈ ਜਾਨਾਂ ਬਚਾ ਕੇ ਭੱਜ ਗਏ ਤੇ ਮੇਰੀ ਮਾਤਾ ਨੂੰ ਗਰਭਵਤੀ ਦੇਖਿਆ ਤੇ ਮੇਰੀ ਮਾਤਾ ਨੂੰ ਇਹਨਾਂ ਨੇ ਫੜ ਲਿਆ, ਲੈ ਕਰ ਗਵਨੇ ਨਿਜ ਸੰਗਾਰੀ, ਆਪਣੇ ਨਾਲ ਲੈ ਕੇ ਚਲੇ ਗਏ। ਸਹਿ ਸੁਭਾਏ ਚਲੇ ਮਗ ਜਾਈ, ਸੁੱਤੇ ਸਿੱਧ ਇਹ ਇੰਦਰ ਮੁਲਤਾਨ ਨਗਰੀ ਦੈਂਤਾਂ ਦੀ ਨਗਰੀ ਨੂੰ ਫਤਿਹ ਕਰਕੇ ਆਪਣੀ ਫੌਜ ਸਾਰੀ ਨਾਲ ਲੈ ਕੇ, ਪ੍ਰਹਿਲਾਦ ਜੀ ਕਹਿੰਦੇ ਮੇਰੀ ਮਾਤਾ ਨੂੰ ਫੜ ਕੇ ਤੇ ਜਾ ਰਹੇ ਸਨ ਰਸਤੇ 'ਚ। ਨਾਰਦ ਮੁਨ ਮਿਲਿਓ ਤਬ ਆਈ, ਰਸਤੇ ਵਿੱਚ ਇਹਨਾਂ ਨੂੰ ਜਿਹੜਾ ਨਾਰਦ ਮੁਨੀ ਰਿਖੀ ਸੀ ਉਹ ਮਿਲਿਆ ਹੈ। ਪਿਖ ਕਰ ਰਿਖ ਔਰ ਉਪਜੀ ਦਾਇਆ, ਜਦੋਂ ਨਾਰਦ ਰਿਖੀ ਨੇ ਦੇਖਿਆ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਫੜਿਆ ਹੈ, ਦੇਖ ਕਰਕੇ ਨਾਰਦ ਦੇ ਮਨ ਦੇ ਵਿੱਚ ਤਰਸ ਆਇਆ, ਦਇਆ ਆ ਗਈ। ਕਹਿਣ ਲਗਿਓ ਤਬ ਹੇ ਸੁਰਗ ਰਾਇਆ, ਉਹ ਰਿਖੀ ਨਾਰਦ ਕਹਿਣ ਲੱਗੇ ਐ ਸੁਰਗ ਦੇ ਰਾਜਾ ਇੰਦਰ, ਬਿਨ ਅਪਰਾਧ ਨਾਰਗ ਹੈ ਆਨੀ, ਬਿਨਾਂ ਅਪਰਾਧ ਕੀਤਿਆਂ ਇਹ ਤੂੰ ਔਰਤ ਨੂੰ ਫੜਿਆ ਹੈ, ਇਹਨੇ ਕਿਹੜਾ ਅਪਰਾਧ ਕੀਤਾ ਹੈ? ਜੇ ਅਪਰਾਧ ਦੈਂਤਾਂ ਦਾ ਸੀ ਉਹਨਾਂ ਦੀ ਤਾਂ ਫੌਜ ਖਤਮ ਕਰ ਦਿੱਤੀ ਹੈ, ਆ ਜਿਹੜੀ ਔਰਤ ਗ੍ਰਿਫਤਾਰ ਕਰਕੇ ਤੂੰ ਲੈ ਕੇ ਚੱਲਿਆ ਇਹਦਾ ਕੀ ਕਸੂਰ ਹੈ? ਤਜੋ ਬੇਗ ਮਾਨੋ ਮਮ ਬਾਨੀ, ਤੇ ਮੇਰੀ ਗੱਲ ਮੰਨ ਤੇ ਛੇਤੀ ਹੀ ਇਹ ਜਿਹੜੀ ਔਰਤ ਹੈ ਇਹਨੂੰ ਛੱਡ ਦੇ। ਸੁਣਤ ਸਰੋਣ ਬੋਲਿਓ ਪਰ ਬਰੂਤਾ, ਇੰਦਰ ਨੇ ਨਾਰਦ ਦੇ ਇਹ ਬੋਲ ਆਪਣੇ ਕੰਨਾਂ ਦੇ ਵਿੱਚ ਸੁਣੇ ਹਨ। ਇਸਕੇ ਗਰਭ ਬਲੀ ਹੋਇਆ ਪੂਤਾ, ਤੇ ਇੰਦਰ ਨਾਰਦ ਨੂੰ ਕਹਿਣ ਲੱਗਾ ਕਿ ਜਿਹੜੀ ਔਰਤ ਫੜ ਕੇ ਲਿਆਂਦੀ ਮੈਂ ਐਵੇਂ ਨਹੀਂ ਲਿਆਂਦੀ, ਬਾਕੀ ਔਰਤਾਂ ਤੇ ਆਪਾਂ ਛੱਡ ਆਏ ਆ, ਪਰ ਇਹ ਔਰਤ ਜਿਹੜੀ ਹੈ ਦੈਂਤਾਂ ਦਾ ਰਾਜਾ ਜਿਹੜਾ ਹਰਨਾਕਸ਼ ਹੈ ਉਹਦੀ ਘਰ ਵਾਲੀ ਹੈ, ਇਹਦੀ ਕੁੱਖ ਦੇ ਵਿੱਚ ਜਿਹੜਾ ਦੈਂਤਾਂ ਦਾ ਪੁੱਤਰ ਹੈ, ਜਨਮਤ ਹੀ ਮਾਰੋ ਮੈਂ ਤਾਹੀ, ਤੇ ਜਨਮਤ ਹੀ ਜਨਮ ਲੈਂਦਿਆਂ ਹੀ ਇਹਦਾ ਪੁੱਤਰ ਜਿਹੜਾ ਉਹ ਮੈਂ ਖਤਮ ਕਰ ਦਵਾਂਗਾ, ਉਹਨੂੰ ਪ੍ਰਾਣਾ ਤੋਂ ਬਿਨਾਂ ਪ੍ਰਾਣ ਨਾਸ਼ ਕਰ ਦਵਾਂਗਾ। ਵਹਿ ਆਨੀ ਬਣਤਾ ਹਿਤ ਜਾਹੀ, ਇਸ ਕਰਕੇ ਇਹ ਔਰਤ ਜਿਹੜੀ ਹੈ ਮੈਂ ਫੜ ਕੇ ਗ੍ਰਿਫਤਾਰ ਕਰਕੇ ਲਿਆਂਦੀ ਹੈ। ਨਾਰਦ ਕਹਿਤ ਸੁਨੋ ਸੁਰ ਰਾਈ, ਨਾਰਦ ਜਿਹੜਾ ਸੁਣ ਕੇ ਕਹਿਣ ਲੱਗਾ ਐ ਰਾਜਾ ਇੰਦਰ ਸੁਣ, ਜਿਸ ਕੋ ਪੁੱਤਰ ਨਾ ਮਾਰਿਓ ਜਾਈ, ਜਿਹੜਾ ਇਹਦੀ ਕੁੱਖ ਤੋਂ ਪੁੱਤਰ ਹੋਵੇਗਾ ਨਾ ਉਹ ਤੇਰੇ ਕੋਲੋਂ ਮਰਨਾ ਨਹੀਂ। ਹਾਂਜੀ, ਹਵੈਗ ਹਰ ਭਗਤ ਸੁ ਆਤਮ ਗਿਆਨੀ, ਉਹ ਆਤਮ ਗਿਆਨੀ ਹੋਵੇਗਾ, ਉਹ ਹਰੀ ਦਾ ਭਗਤ ਹੋਵੇਗਾ। ਇਹ ਉਲਟੀ ਗੰਗਾ ਪਰਮਾਤਮਾ ਵਹਾ ਦਿੰਦੇ ਨੇ, ਨਹੀਂ ਤਾਂ ਕਹਿੰਦੇ ਨੇ ਜੀ ਭਗਤਾਂ ਘਰ ਹੀ ਭਗਤ ਉਤਰਦੇ ਨੇ। ਇਹ ਪਰਮਾਤਮਾ ਦੀ ਲੀਲਾ ਸੀ ਕਿ ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ ਜੀ ਦਾ ਜਨਮ ਹੋਣਾ ਹੈ। ਨਾਰਦ ਕਹਿਣ ਲੱਗੇ ਕਿ ਜਿਹਨੂੰ ਤੂੰ ਮਾਰਨ ਲੱਗਾ ਹੈ ਨਾ ਇਹ ਤਾਂ ਹਰੀ ਦੇ ਭਗਤ ਹੋਣਗੇ, ਆਤਮ ਗਿਆਨੀ ਹੋਣਗੇ। ਅਸ ਕੋ ਕਰੈ ਤਾਸ ਕੀ ਹਾਨੀ, ਐਸਾ ਕੌਣ ਜਨਮਿਆ ਹੈ ਜਿਹੜਾ ਭਗਤ ਦੀ ਹਾਨੀ ਕਰ ਸਕੇ, ਭਗਤ ਨੂੰ ਮਾਰ ਸਕੇ, ਭਗਤ ਨੂੰ ਖਤਮ ਕਰ ਸਕੇ। ਤੁਮਰੇ ਸਹਿਤ ਅਪਰ ਜੋ ਦੇਵਾ, ਤੁਹਾਡੇ ਨਾਲ ਜਿੰਨੇ ਹੋਰ ਦੇਵਤੇ ਨੇ ਨਾ, ਜਿਨ੍ਹਾਂ ਦੀ ਕਰੋੜਾਂ ਦੀ ਗਿਣਤੀ ਹੈ, ਹਨ ਨਾ ਸਕੈ ਤਤ ਪਰ ਹਰ ਸੇਵਾ, ਇਹ ਭਾਵੇਂ ਸਾਰੇ ਹੀ ਇਕੱਠੇ ਹੋ ਜਾਣ, ਕਰੋੜਾਂ ਹੀ ਇਕੱਠੇ ਹੋ ਜਾਣ, ਪਰ ਹਰੀ ਦੇ ਭਗਤ ਨੂੰ ਖਤਮ ਨਹੀਂ ਕਰ ਸਕਦੇ। ਇਸ ਕਰਕੇ ਦੇਵਤਿਆਂ ਨਾਲੋਂ ਵੀ ਵੱਡਾ ਕੌਣ ਹੈ? ਉਹ ਹਰੀ ਦਾ ਭਗਤ ਵੱਡਾ ਹੈ। ਭਗਤ ਜੀ ਨੇ ਕਿਹਾ ਕਹੋ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਸਾਰੇ ਤੀਰਥਾਂ ਤੋਂ, ਸਾਰੇ ਦੇਵੀ ਦੇਵਤਿਆਂ ਤੋਂ ਵਿਸ਼ੇਸ਼ ਕਰਕੇ ਮਹਾਨ ਕੌਣ ਹੈ? ਉਹ ਪਰਮਾਤਮਾ ਦਾ ਭਗਤ ਵੱਡਾ ਹੈ, ਉਹ ਪ੍ਰਭੂ ਦੇ ਦਰ ਤੇ ਪ੍ਰਵਾਨ ਹੈ। ਕਹਿਣ ਲੱਗੇ ਤੁਸੀਂ ਸਾਰੇ ਵੀ ਇਕੱਠੇ ਹੋ ਕੇ ਮਾਰਨ ਦਾ ਯਤਨ ਕਰੋ ਪ੍ਰਹਿਲਾਦ ਨੂੰ। ਕਹਿਣ ਲੱਗੇ ਕਿ ਇਹਨੂੰ ਨਹੀਂ ਮਾਰ ਸਕਦੇ। ਮਾਨ ਪੁਰੰਦਰ ਭੈ ਉਰਮਾਹੀ, ਜਦੋਂ ਇੰਦਰ ਨੇ ਇਹ ਗੱਲ ਨਾਰਦ ਤੋਂ ਸੁਣੀ ਤੇ ਮਨ ਵਿੱਚ ਬੜਾ ਭੈ ਧਾਰਨ ਕੀਤਾ, ਡਰ ਗਿਆ। ਰਿਖ ਕੇ ਕਹੇ ਛਾੜ ਦੀਏ ਤਾਹੀ, ਤੇ ਰਿਖੀ ਦੇ ਕਹਿਣ ਤੇ ਉਹਨਾਂ ਨੇ ਇਹ ਜਿਹੜੀ ਔਰਤ ਮੇਰੀ ਮਾਂ ਫੜ ਕੇ ਲੈ ਕੇ ਚੱਲੇ ਸੀ ਉਹਨੂੰ ਛੱਡ ਦਿੱਤਾ। ਭਗਤ ਨਾਮ ਸੁਨ ਬੰਧਨ ਕੀਨੀ, ਜਦੋਂ ਸੁਣਿਆ ਕਿ ਇਹਦੀ ਕੁੱਖ ਦੇ ਵਿੱਚ ਭਗਤ ਜਿਹੜਾ ਹੈ ਉਹਦਾ ਸਰੀਰ ਪਲ ਰਿਹਾ ਹੈ, ਇਹ ਸੁਣ ਕੇ ਤੇ ਸਾਰੇ ਦੇਵਤਿਆਂ ਨੇ ਨਮਸਕਾਰਾਂ ਕੀਤੀਆਂ। ਚੌਂ ਦਿਸ਼ ਤੀਨ ਪ੍ਰਦਖਣ ਕੀਨੀ, ਤੇ ਇੰਦਰ ਨੇ ਮੇਰੀ ਮਾਂ ਦੇ ਦੁਆਲੇ 4 ਪਰਿਕਰਮਾ ਕੀਤੀਆਂ ਕਿ ਇਹਦੀ ਕੁੱਖ ਦੇ ਵਿੱਚ ਭਗਤ ਦਾ ਸਰੀਰ ਪਲ ਰਿਹਾ ਹੈ। ਏਸ਼ਨ ਕਰੁਣਾ ਕਰਮ ਨੁਰਾਇਆ, ਉਸ ਵਕਤ ਜਿਹੜਾ ਮੁਨ ਰਾਇਆ, ਮੁਨੀਆਂ ਦਾ ਰਾਜਾ ਸੀ, ਉਹਦੇ ਮਨ ਦੇ ਵਿੱਚ ਕਿਰਪਾ ਆਈ। ਕਹਿਤ ਸੋ ਨਿਜ ਆਸ਼ਰਮ ਲਿਆਇਆ, ਤੇ ਜਿਹੜਾ ਨਾਰਦ ਸੀ ਉਹ ਮਨ ਵਿੱਚ ਬਹੁਤੀ ਦਇਆ ਧਾਰਨ ਕੀਤੀ ਤੇ ਮੇਰੀ ਮਾਤਾ ਨੂੰ ਆਪਣੇ ਆਸ਼ਰਮ ਲੈ ਗਏ। ਹੇ ਪੁੱਤਰੀ ਰਹੀਏ ਇਸ ਥਾਨਾ, ਕਹਿਣ ਲੱਗੇ ਧੀਏ ਤੂੰ ਇਸ ਜਗ੍ਹਾ ਦੇ ਉੱਤੇ ਰਹਿ ਕੇ ਸਮਾਂ ਬਤੀਤ ਕਰ। ਜਬ ਲਗ ਤਬ ਪਤ ਨਹੀਂ ਮਿਲਾਨਾ, ਜਿੰਨੇ ਸਮੇਂ ਤੱਕ ਤੇਰਾ ਪਤੀ ਤਪ ਕਰਕੇ ਵਾਪਸ ਨਹੀਂ ਆ ਜਾਂਦਾ, ਤੈਨੂੰ ਮਿਲ ਨਹੀਂ ਜਾਂਦਾ, ਤਬ ਲਗ ਸਭ ਤੇ ਨਿਰਭੈ ਪਾਈ। ਉਹਨਾਂ ਚਿਰ ਤੱਕ ਤੂੰ ਸਾਡੇ ਆਸ਼ਰਮ ਦੇ ਵਿੱਚ ਰਹੋ ਜਿੱਥੇ ਰਿਖੀ ਰਹਿ ਰਹੇ ਨੇ।
ਇੱਥੇ ਨਿਰਭੈ ਹੋ ਕੇ ਰਹਿ ਤੇ ਸਮਾਂ ਬਤੀਤ ਕਰ। ਰਹੋ ਰਿਖਿਨ ਟਿਗ ਚਿੰਤ ਬਿਹਾਈ। ਤੂੰ ਇੱਥੇ ਰਿਖੀਆਂ ਦੇ ਪਾਸ ਰਹੋ ਤੇ ਕਿਸੇ ਤਰ੍ਹਾਂ ਦੀ ਮਨ ਵਿੱਚ ਚਿੰਤਾ ਨਾ ਕਰੀ। ਬਿਹਾ ਸੁਨ ਕਰ ਸਭ ਦੁਖ ਚਿੰਤਾ ਭਾਗੀ। ਕਹਿੰਦੇ ਜਦੋਂ ਮੇਰੀ ਮਾਤਾ ਨੇ ਰਿਖੀ ਦੀ ਗੱਲ ਸੁਣੀ ਨਾ ਨਾਰਦ ਦੀ, ਤੇ ਉਹਦੇ ਮਨ ਦੀ ਚਿੰਤਾ ਦੂਰ ਹੋ ਗਈ ਹਿਤ ਤਰ ਰਿਖਣ ਸੇਵ ਕੋ ਲਾਗੀ। ਤੇ ਬਹੁਤੇ ਪ੍ਰੇਮ ਦੇ ਨਾਲ ਫਿਰ ਰਿਖੀਆਂ ਦੀ ਸੇਵਾ ਦੇ ਵਿੱਚ ਲੱਗ ਗਈ। ਇਸ ਪ੍ਰਕਾਰ ਬੀਤਿਓ ਕਿਤ ਕਾਲਾ। ਇਸ ਤਰ੍ਹਾਂ ਉੱਥੇ ਰਹਿੰਦਿਆਂ ਕੁਝ ਸਮਾਂ ਬੀਤਿਆ। ਮੁਝ ਉਪਦੇਸ਼ਿਓ ਗਿਆਨ ਵਿਸਾਲਾ। ਤੇ ਮੇਰੇ ਤਾਈਂ ਜਿਹੜਾ ਉਪਦੇਸ਼ ਸੀ ਨਾ ਉਹ ਸਰਵਣ ਕੀਤਾ। ਕਹਿੰਦੇ ਜਾਂ ਨਾਰਦ ਹੀ ਇਹਨਾਂ ਦੇ ਗੁਰੂ ਮੰਨੇ ਨੇ ਭਗਤ ਧਰੂ ਜੀ ਦੇ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ। ਨਾਰਦ ਮੁਨ ਉਪਦੇਸ਼ਿਆ ਨਾਮ ਨਿਦਾਨ ਅਮਿਓ ਰਸ ਪੀਤਾ। ਪ੍ਰਹਿਲਾਦ ਜੀ ਕਹਿੰਦੇ ਮੇਰੇ ਤਾਈਂ ਵੀ ਨਾਰਦ ਨੇ ਹੀ ਉਸ ਵੇਲੇ ਉਪਦੇਸ਼ ਦਿੱਤਾ। ਰਹੀ ਨ ਸੁਧ ਮਾਤਾ ਕੋ ਜਬ ਕੀ। ਪਰ ਮੇਰੀ ਮਾਤਾ ਨੂੰ ਇਸ ਗੱਲ ਦੀ ਕੋਈ ਖਬਰ ਨਾ ਰਹੀ। ਜਿੰਨਾ ਸਮਾਂ ਮੇਰੀ ਮਾਂ ਰਿਖੀਆਂ ਦੇ ਪਾਸ ਰਹੀ ਉਹ ਪ੍ਰਭੂ ਭਗਤੀ ਕਰਦੇ ਸਨ ਤੇ ਮੈਂ ਕੁੱਖ ਦੇ ਵਿੱਚ ਸੀ। ਤੇ ਮੈਨੂੰ ਸਾਰਾ ਜਿਹੜਾ ਉਸ ਵੇਲੇ ਆਤਮ ਗਿਆਨ ਸੀ ਉਹ ਰਿਖੀਆਂ ਦੀ ਆਸ਼ਰਮ ਦੇ ਵਿੱਚ ਰਹਿ ਕੇ ਹੀ ਹੋ ਗਿਆ। ਇਹਨਾਂ ਅਸਰ ਜਿਹੜਾ ਉਹ ਬੱਚਾ ਮਾਤਾ ਦੀ ਗਰਭ ਦੇ ਵਿੱਚ ਵੀ ਕਬੂਲਦਾ ਹੈ। ਹੁਣ ਹੋ ਸਕਦਾ ਕਹਿੰਦੇ ਰਿਖੀ ਨੂੰ ਵੈਸੇ ਦਇਆ ਹੀ ਹੋਵੇ ਕਿ ਔਰਤ ਦੇ ਕੁੱਖ ਵਿੱਚ ਬੱਚਾ ਹੈ, ਜੰਮਦਿਆਂ ਹੀ ਮਾਰ ਦੇਣਗੇ ਤਾਂ ਛਡਾ ਲਿਆ ਹੋਵੇ। ਪਰ ਜਿੰਨਾ ਸਮਾਂ ਇਹ ਰਿਖੀਆਂ ਦੇ ਪਾਸ ਰਹੀ, ਜਿੱਥੇ ਪ੍ਰਭੂ ਭਗਤ ਬਹਿ ਕੇ ਭਗਤੀ ਕਰਦੇ ਸਨ, ਉਹਨਾਂ ਕੋਲੋਂ ਰੋਜ਼ਾਨਾ ਆਤਮ ਗਿਆਨ ਸਰਵਣ ਕਰਨਾ। ਕਹਿੰਦੇ ਮੈਂ ਮਾਂ ਦੀ ਕੁੱਖ ਦੇ ਵਿੱਚ ਸੀ ਤੇ ਮੈਂ ਉੱਥੇ ਹੀ ਆਤਮ ਗਿਆਨ ਸਾਰਾ ਪ੍ਰਾਪਤ ਕਰ ਲਿਆ। ਇਸ ਕਰਕੇ ਜਿਹੜੇ ਕਮਾਈ ਵਾਲੇ ਨੇ ਨਾ ਉਹ ਇਹੋ ਹੀ ਕਹਿੰਦੇ ਨੇ ਕਿ ਜਦੋਂ ਬੱਚਾ ਮਾਂ ਦੀ ਗਰਭ ਦੇ ਵਿੱਚ ਹੋਵੇ ਤੇ ਮਾਤਾ ਵੱਧ ਤੋਂ ਵੱਧ ਭਜਨ ਬੰਦਗੀ ਸਿਮਰਨ ਕਰੇ, ਨਾਮ ਜਪੇ। ਜਿੱਥੇ ਨਿਤਨੇਮ ਕਰਦੇ ਆ ਉੱਥੇ ਵੱਧ ਤੋਂ ਵੱਧ ਸੁਖਮਨੀ ਸਾਹਿਬ ਜੀ ਦੇ, ਜਪਜੀ ਸਾਹਿਬ ਦੇ, ਚੌਪਈ ਸਾਹਿਬ ਦੇ ਜਾਪ ਕੀਤੇ ਜਾਣ। ਕਿਉਂਕਿ ਕੁੱਖ ਦੇ ਵਿੱਚ ਜਿਹੜਾ ਬੱਚਾ ਹੈ ਉਹ ਅਸਰ ਕਬੂਲਦਾ ਹੈ। ਜੋ ਵੀ ਮਾਤਾ ਦਾ ਖਾਣਾ ਪੀਣਾ ਹੈ, ਜੋ ਕਰਮ ਉਹ ਕਰੇਗੀ, ਉਹਦਾ ਅਸਰ ਜਿਹੜਾ ਉਹ ਬੱਚਾ ਮਾਂ ਦੇ ਗਰਭ ਦੇ ਵਿੱਚ ਕਬੂਲੇਗਾ। ਹੁਣ ਜੇ ਮਾਵਾਂ ਨੇ ਹੱਥਾਂ 'ਚੋਂ ਮੋਬਾਈਲ ਹੀ ਨਹੀਂ ਛੱਡਣੇ, ਚੁਗਲੀ ਨਿੰਦਿਆ ਇੱਕ ਦੂਜੇ ਨਾਲ ਕਰਨੀ, ਉਹ ਨਹੀਂ ਤਿਆਗਣੀ, ਤੇ ਫਿਰ ਬੱਚੇ ਜਨਮ ਲੈਂਦੇ ਕਹਿੰਦੇ ਆ ਕਿ ਇੰਨੇ ਤੇਜ਼ ਨੇ, ਇਹ ਤਾਂ ਹੱਥੋਂ ਫੋਨ ਹੀ ਨਹੀਂ ਛੱਡਦੇ, ਉਹ ਛੱਡਣਗੇ ਵੀ ਕਿੱਦਾਂ? ਕਿਉਂਕਿ ਮਾਂ ਦਾ ਹੀ ਅਸਰ ਜਿਹੜਾ ਉਹ ਬੱਚੇ ਨੇ ਕਬੂਲਿਆ। ਇਸ ਕਰਕੇ ਕਹਿੰਦੇ ਜਦੋਂ ਮੈਂ ਮਾਂ ਦੀ ਕੁੱਖ ਦੇ ਵਿੱਚ ਸੀ ਨਾ, ਰਿਖੀਆਂ ਦੇ ਆਸ਼ਰਮ ਦੇ ਵਿੱਚ ਰਹਿ ਕੇ ਹੀ ਉਹਨਾਂ ਕੋਲ ਉਪਦੇਸ਼ ਸੁਣਦਾ ਰਿਹਾ ਤੇ ਮੈਨੂੰ ਉੱਥੋਂ ਹੀ ਜਿਹੜਾ ਆਤਮ ਗਿਆਨ ਪ੍ਰਾਪਤ ਹੋਇਆ। ਹਿਰਦੇ ਭਗਤ ਧਾਰੀ ਮੈਂ ਤਬ ਕੀ। ਕਿਉਂਕਿ ਦੈਂਤਾਂ ਦੇ ਪੁੱਤਰਾਂ ਨੇ ਸਵਾਲ ਇਹ ਕੀਤਾ ਸੀ ਕਿ ਦੇਖਦੇ ਤਾਂ ਪਏ ਅਸੀਂ, ਸਾਡੇ ਨਾਲ ਹੀ ਤੂੰ ਪੜਦਾ ਹੈ, ਸਾਡਾ ਗੁਰੂ ਵੀ ਇੱਕ ਹੈ, ਪਰ ਤੈਨੂੰ ਇਹ ਆਤਮ ਗਿਆਨ ਹੋਇਆ ਹੈ, ਇਹ ਕਿੱਥੋਂ ਪ੍ਰਾਪਤ ਹੋਇਆ? ਉਹਦਾ ਉੱਤਰ ਭਗਤ ਪ੍ਰਹਿਲਾਦ ਜੀ ਨੇ ਇਹਨਾਂ ਨੂੰ ਇਹ ਦਿੱਤਾ ਸੀ। ਕਹਿਣ ਲੱਗੇ ਇਸੇ ਤਰ੍ਹਾਂ ਮੈਨੂੰ ਉੱਥੇ ਆਤਮ ਗਿਆਨ ਹੋਇਆ, ਪਰ ਮੇਰੀ ਮਾਂ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਸੀ। ਪਰ ਮੈਨੂੰ ਮੁਝ ਉਪਦੇਸ਼ਿਓ ਗਿਆਨ ਵਿਸਾਲਾ, ਤੇ ਮੈਂ ਮਾਂ ਦੀ ਕੁੱਖ ਵਿੱਚੋਂ ਹੀ ਉਪਦੇਸ਼ ਧਾਰਨ ਕੀਤਾ। ਰਹੀ ਨਾ ਸੁਧ ਮਾਤਾ ਕੋ ਜਬਕੀ ਹਿਰਦੇ ਭਗਤ ਧਾਰੀ ਮੈਂ ਤਬਕੀ। ਉਦੋਂ ਦੀ ਭਗਤੀ ਮੈਂ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲਈ ਹੈ। ਸੋ ਅਬ ਤੁਮ ਸੋ ਕਹਿਤ ਸੁਨਾਈ। ਉਹ ਗੱਲ ਮੈਂ ਹੁਣ ਤੁਹਾਡੇ ਤਾਈਂ ਕਹਿ ਕੇ ਸੁਣਾਈ, ਕਿਉਂਕਿ ਤੁਸੀਂ ਪ੍ਰਸ਼ਨ ਕੀਤਾ ਸੀ। ਉਹਦਾ ਉੱਤਰ ਇਹ ਹੈ, ਕਰੋ ਸਦੀਵ ਵਿਕਾਰ ਬਿਹਾਈ। ਇਸ ਕਰਕੇ ਸਾਰੇ ਜਿਹੜੇ ਵਿਕਾਰ ਨੇ ਉਹ ਹਮੇਸ਼ਾ ਆਪਣੇ ਅੰਦਰੋਂ ਤਿਆਗ ਦਓ। ਘਟ ਵਿਕਾਰ ਆਤਮ ਮਹਿ ਨਾਹੀ। ਕਿਉਂਕਿ ਜਿਹੜੀ ਆਤਮਾ ਹੈ ਨਾ ਉਹਦੇ ਵਿੱਚ ਜਿਹੜੇ ਖਟ ਵਿਕਾਰ, ਛੇ ਵਿਕਾਰ ਉਹ ਨਹੀਂ ਹਨ। ਲਖੀਏ ਸਰਬ ਸਰੀਰਨ ਮਾਹੀ। ਇਹ ਜਿੰਨੇ ਵੀ ਵਿਕਾਰ ਨੇ ਸਰੀਰਾਂ ਦੇ ਵਿੱਚ ਨੇ, ਆਤਮਾ ਦੇ ਵਿੱਚ ਕੋਈ ਵਿਕਾਰ ਨਹੀਂ ਹੁੰਦਾ। ਆਤਮ ਤਾਂ ਵਿਕਾਰ ਤੋਂ ਰਹਿਤ ਹੈ। ਜਿਸ ਤਰ੍ਹਾਂ ਪ੍ਰਭੂ ਦਾ ਸਰੂਪ ਨਿਰੰਕਾਰ ਦਾ ਸਰੂਪ ਨਿਰਆਕਾਰ ਹੈ, ਆਤਮਾ ਦਾ ਆਕਾਰ ਕੋਈ ਨਹੀਂ। ਆਤਮਾ ਪਰਮਾਤਮਾ ਦੀ ਅੰਸ਼ ਹੋਣ ਕਰਕੇ ਵਿਕਾਰਾਂ ਤੋਂ ਰਹਿਤ ਹੈ। ਜਿੰਨੇ ਵਿਕਾਰ ਨੇ ਉਹ ਸਾਡੇ ਸਾਰੇ ਸਰੀਰ ਵਿੱਚ ਹਨ। ਜਨਮ ਅਸਤ ਅਰ ਬ੍ਰਿਧ ਪ੍ਰਣਾਮਾ। ਹੁਣ ਜਨਮ ਲੈਣਾ ਤੇ ਸਰੀਰ ਹੀ ਜੰਮਦਾ ਹੈ ਨਾ, ਆਤਮਾ ਦਾ ਤੇ ਜਨਮ ਨਹੀਂ ਹੋਇਆ। ਕਿਉਂਕਿ ਆਤਮਾ ਜਿਹੜੀ ਹੈ ਉਹ ਆਕਾਰ ਤੋਂ ਰਹਿਤ ਹੈ, ਸਰੀਰ ਜਨਮਿਆ ਹੈ। ਇਹ ਪਹਿਲਾ ਵਿਕਾਰ ਤੇ ਅਸਤ। ਤੇ ਦੂਜਾ ਹੈ ਸਥਿਤੀ, ਸਰੀਰ ਦੀ ਜਿਹੜੀ ਸਥਿਤੀ ਉਹ ਸਦਾ ਵਾਸਤੇ ਨਹੀਂ ਹੈ। ਆਤਮ ਇਸੇ ਪ੍ਰਕਾਰ ਅਰ ਬ੍ਰਿਧ ਪ੍ਰਣਾਮਾ, ਫਿਰ ਬ੍ਰਿਧ ਹੁੰਦਾ ਹੈ, ਉਹ ਸਰੀਰ ਬ੍ਰਿਧ ਹੁੰਦਾ ਹੈ। ਆਤਮਾ ਕਦੇ ਬਜ਼ੁਰਗ ਨਹੀਂ ਹੁੰਦੀ, ਆਤਮਾ ਦੇ ਵਿੱਚ ਕਦੇ ਬੁਢਾਪਾ ਨਹੀਂ ਆਉਂਦਾ। ਪ੍ਰਣਾਮਾ ਬਦਲਦਾ ਕੌਣ ਹੈ? ਸਰੀਰ ਬਦਲਦਾ ਹੈ। ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਇਹ ਸਾਰਾ ਕੁਝ ਸਰੀਰ ਦਾ ਧਰਮ ਹੈ, ਆਤਮਾ ਦਾ ਨਹੀਂ। ਖੀਨ ਹੋਣ ਮਰਨੋਂ ਦੁਖ ਧਾਮਾ। ਫਿਰ ਖੀਨ ਹੋਣਾ, ਕ੍ਰਿਸ਼ ਹੋਣਾ, ਸਰੀਰ ਦੇ ਵਿੱਚ ਬਦਲਾਵ ਆਉਣਾ ਤੇ ਫਿਰ ਮੌਤ ਹੋ ਜਾਣੀ।
ਉਹ ਸਰੀਰ ਦੀ ਹੁੰਦੀ ਹੈ, ਆਤਮਾ ਦੀ ਨਹੀਂ ਹੁੰਦੀ। ਆਤਮ ਇਨ ਤੇ ਰਹੀ ਨਿਆਰੂ ਆਤਮਾ ਇਹਨਾਂ ਛੇ ਵਿਕਾਰਾਂ ਤੋਂ ਰਹਿਤ ਰਹਿੰਦੀ ਹੈ। ਜਿਉ ਜਲ ਕਮਲਕ ਦਲਨ ਨਿਰਧਾਰੂ। ਹੁਣ ਆਤਮਾ ਹੈ ਤਾਂ ਸਰੀਰ ਦੇ ਅੰਦਰ ਹੀ ਹੈ, ਪਰ ਕਿਸ ਤਰ੍ਹਾਂ ਨਿਰਲੇਪ ਰਹਿੰਦੀ ਹੈ ਵਿਕਾਰਾਂ ਤੋਂ? ਜਿਸ ਤਰ੍ਹਾਂ ਕਮਲ ਖਿੜਦਾ ਚਿੱਕੜ ਵਿੱਚ ਹੈ, ਪਰ ਕਮਲ ਦੇ ਪੱਤੇ ਚਿੱਕੜ ਤੋਂ ਨਿਰਲੇਪ ਰਹਿੰਦੇ ਨੇ, ਉਹਨਾਂ ਨੂੰ ਆਪਣਾ ਆਪ ਨਹੀਂ ਲੱਗਣ ਦਿੰਦੇ। ਸੁਧ ਵਿਆਪਕ ਅਵੈ ਸੋਊ। ਆਤਮਾ ਜਿਹੜੀ ਹੈ ਉਹ ਸ਼ੁੱਧ ਸਰੂਪ ਹੈ, ਪਰਿਪੂਰਨ ਹੈ, ਇੱਕ ਰਸ ਰਹਿਣ ਵਾਲੀ ਹੈ। ਸਰਬ ਸਰੀਰਨ ਆਸਰਿਆ ਜੋ। ਤੇ ਸਾਰੇ ਸਰੀਰਾਂ ਦੀ ਆਸਰਾ ਕੀ ਹੈ? ਆਤਮਾ ਹੈ। ਆਤਮਾ ਕਰਕੇ ਹੀ ਤਾਂ ਬੰਦਾ ਚੱਲਦਾ ਹੈ, ਰੁਕਦਾ ਹੈ, ਬਹਿੰਦਾ ਹੈ, ਖਾਂਦਾ ਹੈ, ਪੀਂਦਾ ਹੈ, ਦੇਖਦਾ ਹੈ। ਜੇ ਆਤਮਾ ਹੀ ਨਾ ਹੋਵੇ ਤੇ ਸਰੀਰ ਕੀ ਮਿੱਟੀ ਹੈ। ਪਰ ਜਿਹੜੀ ਆਤਮਾ ਹੈ ਉਹਦੇ ਵਿੱਚ ਵਿਕਾਰ ਕੋਈ ਨਹੀਂ, ਸ਼ੁੱਧ ਸਰੂਪ ਹੈ, ਇੱਕ ਰਸ ਰਹਿਣ ਵਾਲੀ ਹੈ। ਸਤਿ ਸਦੀਵ ਆਨੰਦ ਅਨੂਪਾ। ਆਤਮਾ ਦੇ ਵਿੱਚ ਇਹ ਗੁਣ ਹਨ, ਵਿਸ਼ੇਸ਼ ਕਰਕੇ ਰਹਿੰਦੇ ਨੇ। ਸਤ ਹੈ, ਸਦਾ ਰਹਿਣ ਵਾਲੀ ਹੈ, ਆਨੰਦ ਸਰੂਪ ਹੈ ਤੇ ਅਨੂਪਮ ਸਰੂਪ ਹੈ। ਜਾਪ ਸਾਹਿਬ ਅੰਦਰ ਪੜ੍ਹਦੇ ਹਾਂ, ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ। ਸਤ ਚੇਤਨ ਆਨੰਦ ਪਰਮਾਤਮਾ ਚ ਤਿੰਨ ਗੁਣ ਸਦਾ ਹੀ ਰਹਿੰਦੇ ਨੇ। ਆਤਮਾ ਵਿੱਚ ਵੀ ਤਿੰਨ ਗੁਣ ਸਦਾ ਹੀ ਹਨ। ਇਹ ਸਤ ਸਰੂਪ ਹੈ, ਆਨੰਦ ਸਰੂਪ ਹੈ, ਅਨੂਪਮ ਸਰੂਪ ਹੈ। ਸੋ ਤੁਮ ਜਾਨੋ ਆਪਨ ਸਰੂਪਾ। ਉਹ ਸਰੂਪ ਆਪਣਾ ਜਾਣਨਾ ਕਰੋ। ਨਸਵਰ ਦੇਹ ਪਦਾਰਥ ਜੇਤੇ। ਬਾਕੀ ਜਿੰਨੇ ਵੀ ਪਦਾਰਥ ਤੁਹਾਨੂੰ ਦਿਸਦੇ ਨੇ ਸਾਰੇ ਨਾਸ਼ਮਾਨ ਹਨ। ਮੈਂ ਮੇਰੀ ਤਜ ਦੇਹੋ ਇਨੇ ਤੇ। ਇਹਨਾਂ ਪਦਾਰਥਾਂ ਤੋਂ ਨਾ ਮੈਂ ਮੇਰੀ ਤਿਆਗ ਦਓ। ਸਰੀਰ ਮੇਰਾ, ਪਰਿਵਾਰ, ਘਰ-ਬਾਰ, ਅਹੁਦਾ, ਧਨ ਦੌਲਤ, ਜੋ ਕੁਝ ਜਿੱਥੇ ਵੀ ਮੈਂ ਮੇਰੀ ਰੱਖੀ ਹੈ ਉਥੋਂ ਆਪਣੀ ਮੈਂ ਮੇਰੀ ਹਟਾ ਦਓ, ਕਿਉਂਕਿ ਇਹ ਤਾਂ ਸਾਰੇ ਨਾਸ਼ਵੰਤ ਹਨ। ਪ੍ਰਕਿਰਤ ਮੂਲ ਮਹਿ ਤਤ ਉਪਾਵਾ। ਇਹ ਸਾਰਾ ਪ੍ਰਕਿਰਤੀ ਦਾ ਹੀ ਮੂਲ ਹੈ, ਉਹਦੇ ਤੋਂ ਹੀ ਇਹ ਤਤ ਪੈਦਾ ਹੋਏ ਹਨ। ਅਹੰਕਾਰ ਤਨ ਮਾਤਰ ਬਣਾਵਾ। ਅਹੰਕਾਰ ਤੋਂ ਅੱਗੇ ਜਿਹੜਾ ਹੈ ਉਹ ਤਨ ਬਣਿਆ, ਤੇ ਤਨ ਦੇ ਵਿੱਚ ਜਿਹੜੇ ਇਹ ਪੰਜੇ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਇੰਦਰੀ ਏਕਾਦਸ ਪ੍ਰਕਾਰਾ। ਫਿਰ ਇਹ ਪ੍ਰਕਿਰਤੀ ਮੂਲ ਹੈ, ਤਨ ਬਣਿਆ ਹੈ। ਤਨ ਦੇ ਵਿੱਚ ਹੀ ਵਿਕਾਰ ਹਨ ਤੇ 11 ਤਰ੍ਹਾਂ ਦੀਆਂ ਜਿਹੜੀਆਂ ਹਨ ਉਹ ਇੰਦਰੀਆਂ ਮੰਨੀਆਂ ਨੇ। 5 ਕਰਮ ਇੰਦਰੇ ਨੇ, ਜਿਨ੍ਹਾਂ ਰਾਹੀਂ ਬੰਦਾ ਕਰਮ ਕਰਦਾ ਹੈ। ਹੱਥ ਹੈ, ਪੈਰ ਹੈ, ਮੂੰਹ, ਲਿੰਗ ਤੇ ਗੁੱਦਾ, ਇਹ 5 ਇੰਦਰੇ ਹਨ ਕਰਮ ਇੰਦਰੇ। ਗਿਆਨ ਇੰਦਰੇ ਹਨ ਨੇਤਰ, ਕੰਨ, ਨਾਸਕਾ, ਜੀਭਾ, ਤਵਚਾ, ਚਮੜੀ, ਜਿਨ੍ਹਾਂ ਰਾਹੀਂ ਬੰਦੇ ਨੂੰ ਗਿਆਨ ਹੁੰਦਾ ਹੈ। 11ਵਾਂ ਹੈ ਮਨ। ਇਹ 11 ਇੰਦਰੇ ਜਿਹੜੇ ਸਰੀਰ ਦੇ ਵਿੱਚ ਬਣੇ ਹਨ। ਪੰਜ ਭੂਤ ਇਹ ਸਰਬ ਪਸਾਰਾ। ਬਾਕੀ 5 ਤੱਤਾਂ ਦਾ ਹੀ ਇਹ ਸਾਰਾ ਪਸਾਰਾ ਹੈ। ਪੁਰਖ ਏਕ ਸਭ ਥਾਨ ਪਛਾਨੋ। ਪਰਮਾਤਮਾ ਇੱਕ ਪੁਰਖ ਹੈ, ਉਹਨੂੰ ਸਾਰੀਆਂ ਥਾਵਾਂ ਦੇ ਉੱਤੇ ਰਮਿਆ ਜਾਣਨਾ ਕਰੋ। ਇਸ ਜਗ ਮੈਂ ਏਕ ਪੁਰਖ ਹੈ, ਉਹ ਪਰਮਾਤਮਾ ਪੁਰਖ ਸਾਰੇ ਥਾਵਾਂ ਤੇ ਜਾਣੋ। ਹੈ ਅਸੰਗ ਏਕ ਸੂਤ। ਹੈ ਅਸੰਗ ਇਨ ਆਸ਼ਰੈ ਜਾਨੋ। ਇਹ ਜਿਹੜਾ ਪਰਮਾਤਮਾ ਵਾਹਿਗੁਰੂ ਸਾਰੀਆਂ ਥਾਵਾਂ ਤੇ ਹੈ ਸਾਰਿਆਂ ਦਾ ਆਸਰਾ ਤੇ ਸਾਰਿਆਂ ਤੋਂ ਸੰਗ ਵੱਖਰਾ ਵੀ ਹੈ। ਵੱਖਰਾ ਇਸ ਤਰ੍ਹਾਂ ਹੈ ਕਿ ਇਹੋ ਜਗ ਸੱਚੇ ਕੀ ਹੈ ਕੋਠੜੀ। ਉਹ ਪਰਮਾਤਮਾ ਨੇ ਇਹ ਸਰੀਰ ਬਣਾ ਕੇ ਤੇ ਸੱਚੇ ਕਾ ਵਿੱਚ ਵਾਸ ਵਿੱਚ ਵੀ ਵਸਿਆ ਹੋਇਆ ਹੈ ਇਹਨਾਂ ਤੋਂ ਨਿਰਲੇਪ ਵੀ। ਜਿਸ ਤਰ੍ਹਾਂ ਕਮਲ ਖਿੜਿਆ ਚਿੱਕੜ ਦੇ ਵਿੱਚ ਵੀ ਹੈ ਤੇ ਨਿਰਲੇਪ ਵੱਖਰਾ ਵੀ ਹੈ, ਇਸੇ ਤਰ੍ਹਾਂ ਪਰਮਾਤਮਾ ਇਸ ਸੰਸਾਰ ਦੇ ਅੰਦਰ ਵੀ ਹੈ, ਸਰੀਰਾਂ ਦੇ ਅੰਦਰ ਵੀ ਬੈਠਾ ਹੈ ਤੇ ਇਹਨਾਂ ਤੋਂ ਅਸੰਗ ਵੀ ਹੈ। ਜੋ ਮਾਲਾ ਕੇ ਮਨਕਨ ਮਾਹੀ। ਜਿਸ ਤਰ੍ਹਾਂ ਜਿਉ ਮਾਲਾ ਕੇ ਮਨਕਨ ਮਾਹੀ, ਜਿਸ ਤਰ੍ਹਾਂ ਇੱਕ ਧਾਗੇ ਦੇ ਵਿੱਚ ਸਾਰੇ ਮੋਤੀ ਪਰੋਏ ਹੁੰਦੇ ਨੇ। ਮਹਾਰਾਜ ਦਾ ਪਾਵਨ ਬਚਨ ਪੜ੍ਹਦੇ ਹਨ ਕਿ ਇੱਕ ਧਾਗੇ ਦੇ ਵਿੱਚ ਸਾਰੇ ਮੋਤੀ ਪਰੋਏ ਹਨ ਤੇ ਵੇਖਣ ਵਿੱਚ ਭਿੰਨ ਭਿੰਨ ਲੱਗਦੇ ਹਨ। ਇਹ ਮੋਤੀ ਕਾਲਾ ਹੈ, ਚਿੱਟਾ ਹੈ, ਲਾਲ ਹੈ, ਇਹ ਫਲਾਣਾ ਮੋਤੀ ਹੈ, ਪਰ ਧਾਗਾ ਇੱਕ ਹੀ ਹੈ। ਏਕ ਸੂਤ ਸਭਿਨ ਮਹਿ ਆਹੀ। ਏਕ ਸੂਤ ਪਰੋਏ ਮੰਨੀਏ, ਇੱਕ ਧਾਗੇ ਦੇ ਵਿੱਚ ਹੀ ਸਾਰਾ ਕੁਝ ਪਰੋਇਆ ਹੈ। ਤੀਨ ਅਵਸਥਾ ਤਾਹੇ ਨਾ ਕੋਈ। ਪਰ ਪਰਮਾਤਮਾ ਵਿੱਚ, ਪ੍ਰਭੂ ਵਿੱਚ ਤੇ ਆਤਮਾ ਵਿੱਚ 3 ਅਵਸਥਾ ਨਹੀਂ ਹੁੰਦੀਆਂ। ਬਾਲ, ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਨ। ਇਹ 3 ਅਵਸਥਾ ਜਿਹੜੀਆਂ ਨੇ ਕੇਵਲ ਸਰੀਰ ਦੀਆਂ ਨੇ। ਬਚਪਨ ਸੀ ਇਹ ਸਰੀਰ ਸੀ, ਹੁਣ ਜਵਾਨੀ ਹੈ ਤੇ ਸਰੀਰ ਦੀ ਹੈ, ਤੇ ਬੁਢਾਪਾ ਸਰੀਰ ਦਾ ਹੈ। ਆਤਮਾ ਦੇ ਵਿੱਚ 3 ਅਵਸਥਾ ਨਹੀਂ ਨੇ, ਆਤਮਾ ਦਾ ਇੱਕ ਹੀ ਸਰੂਪ ਰਹਿੰਦਾ ਹੈ। ਅਹ ਤੁਰੀ ਸਾਖੀ ਹੈ ਸੋਈ। ਬਾਕੀ ਜਿਹੜੀ ਤੁਰੀਆ ਅਵਸਥਾ ਹੈ ਉਹ ਕਹਿੰਦੇ ਹਨ ਕਿ ਦ੍ਰਿਸ਼ਟਾ ਹੈ, ਉਹੀ ਅਸਲ ਵਿੱਚ ਇਹ ਜਿਹੜੀ ਹੈ ਪ੍ਰਾਪਤੀ ਕਰਾਉਣ ਵਾਲੀ ਹੈ। ਐਸੋ ਜੇ ਨਿਜ ਲਖੋ ਸਰੂਪਾ। ਤੇ ਇਸ ਤਰ੍ਹਾਂ ਦਾ ਜਿਹੜਾ ਆਪਣਾ ਸਰੂਪ ਜਾਣਨਾ ਕਰੋ। ਤੇ ਇਹ ਸਾਰਾ ਕੁਝ ਕਹਿੰਦੇ ਭਾਵ ਜਾ ਕੇ ਹੁੰਦਾ ਤੁਰੀ ਅਵਸਥਾ ਦੇ ਵਿੱਚ।
ਇਸੇ ਪ੍ਰਕਾਰ ਜਿਹੜੇ ਤੁਰੀ ਅਵਸਥਾ ਦੇ ਵਿੱਚ ਪਹੁੰਚੇ ਹਨ ਜਾਂ 21ਵੀਂ ਪੌੜੀ ਦੇ ਉੱਤੇ ਚੜ੍ਹੇ ਹਨ, ਚੜ੍ਹੀਆਂ ਹੋਏ 21 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੇ 5 ਹੀ ਸ਼ਬਦ ਸਪਰਸ਼ ਰੂਪ ਰਸ ਗੰਧ, 21ਵਾਂ ਮਨ। ਇਹਨਾਂ ਪੌੜੀਆਂ ਤੋਂ ਚੜ੍ਹ ਕੇ ਫਿਰ ਅੱਗੇ ਤੁਰੀ ਅਵਸਥਾ ਹੈ, ਉੱਥੇ ਜਾ ਕੇ ਹੀ ਸਾਰਾ ਕੁਝ ਅਭਾਵ ਹੁੰਦਾ ਹੈ। ਐਸੇ ਜੇਨ ਲਿਖ ਨਿਜ ਲਖੋ ਸਰੂਪਾ, ਜੇ ਇਸ ਤਰ੍ਹਾਂ ਆਪਣੇ ਸਰੂਪ ਨੂੰ ਜਾਣ ਲਓਗੇ, ਪਾਵੋਗੇ ਤਬ ਆਨੰਦ ਅਨੂਪਾ, ਫਿਰ ਉਪਮਾ ਤੋਂ ਰਹਿਤ ਆਨੰਦ ਪ੍ਰਾਪਤ ਕਰ ਲਵੋਗੇ। ਜਨਮ ਮੂਲ ਜਾਨੋ ਅਗਿਆਨਾ, ਜਨਮ ਦਾ ਮੂਲ ਕੀ ਹੈ? ਅਗਿਆਨ ਹੈ। ਅਗਿਆਨਤਾ ਕਰਕੇ ਬੰਦਾ ਜੰਮਦਾ ਤੇ ਮਰਦਾ ਹੈ। ਜੇ ਗਿਆਨ ਹੋ ਗਿਆ ਤੇ ਫਿਰ ਤਾਂ ਆਵਾਗੌਣ ਮੁੱਕ ਗਿਆ। ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼। ਜਦੋਂ ਅਗਿਆਨਤਾ ਨਾਸ਼ ਹੋ ਗਈ ਫਿਰ ਤਾਂ ਜਨਮ ਮਰਨ ਕੱਟਿਆ ਗਿਆ, ਪਰ ਜਨਮ ਦਾ ਮੂਲ ਜਿਹੜਾ ਉਹ ਅਗਿਆਨ ਹੈ। ਅਗਿਆਨਤਾ ਕਰਕੇ ਸਰੀਰ, ਪਰਿਵਾਰ, ਸਾਰਾ ਸਾਕ ਸੰਬੰਧੀ ਇਹਨਾਂ ਦੇ ਮੋਹ ਦੇ ਵਿੱਚ ਫਸਿਆ ਹੈ ਅਗਿਆਨਤਾ ਕਰਕੇ। ਜੇ ਗਿਆਨ ਹੋਵੇ ਤਾਂ ਫਿਰ ਬੰਦਾ ਜਿਹੜਾ ਉਹ ਮੁਕਤ ਹੋ ਜਾਵੇਗਾ, ਪਰ ਜਨਮ ਮਰਨ ਦਾ ਮੂਲ ਅਗਿਆਨ ਹੈ। ਪਾਪ ਪੁੰਨ ਕੋ ਧਰ ਕਰ ਮਾਨਾ, ਆਪਣੇ ਮਨ ਦੇ ਵਿੱਚ ਪਾਪਾਂ ਦਾ ਪੁੰਨਾਂ ਦਾ ਮਾਣ ਕਰਦਾ ਹੈ। ਅਨੇਕ ਜੋਨ ਪਾਵੋ ਦੁਖ ਭਾਰੀ, ਅਨੇਕਾਂ ਜੂਨਾਂ ਜਿਹੜੀਆਂ ਨੇ ਉਹਨਾਂ ਵਿੱਚ ਪੈ ਕੇ ਭਾਰੀ ਦੁੱਖ ਪਾਉਂਦਾ ਹੈ, ਪੁੰਨਾਂ ਕਰਕੇ ਪਾਪਾਂ ਕਰਕੇ। ਹੈ ਤਾਂ ਇਹ ਦੋਵੇਂ ਸੰਗਲ ਹੀ ਨੇ ਨਾ। ਜੇ ਪਾਪ ਕੀਤੇ ਮਾਨੋ ਲੋਹੇ ਦੇ ਸੰਗਲ ਪੈ ਗਏ, ਜੇ ਪੁੰਨ ਕੀਤੇ ਤੇ ਸੋਨੇ ਦੇ ਸੰਗਲ ਪੈ ਗਏ। ਪਰ ਜਿੰਨਾ ਚਿਰ ਸੰਗਲ ਕੱਟੇ ਨਹੀਂ ਜਾਂਦੇ, ਬੇੜੀਆਂ ਕੱਟੀਆਂ ਨਹੀਂ ਜਾਂਦੀਆਂ, ਉਹਨਾਂ ਚਿਰ ਜੀਵ ਮੁਕਤ ਨਹੀਂ ਹੁੰਦਾ। ਇਸ ਕਰਕੇ ਜਿਹੜੇ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਬ੍ਰਹਮ ਗਿਆਨੀ ਪੁੰਨੀ ਪਾਪੀ ਆਖਣ ਨਾਹੀਂ, ਉਹ ਪੁੰਨਾ ਪਾਪਾਂ ਤੋਂ ਰਹਿਤ ਹਨ। ਪਰ ਜਿੰਨਾ ਚਿਰ ਜੀਵ ਪੁੰਨ ਪਾਪ ਕਰਦਾ ਹੈ, ਉਹਨਾਂ ਚਿਰ ਜੀਵ ਦਾ ਜਿਹੜਾ ਹੈ ਉਹ ਜੂਨਾਂ ਵਿੱਚ ਪੈ ਕੇ ਦੁੱਖ ਪਾਉਂਦਾ ਹੈ। ਜਾਏ ਵਾਸ਼ਨਾ ਕੇ ਅਨੁਸਾਰੀ, ਇਹ ਜੂਨਾਂ ਜਿਹੜੀਆਂ ਨੇ ਵਾਸ਼ਨਾ ਦੇ ਅਨੁਸਾਰ ਹੀ ਮਿਲਦੀਆਂ ਨੇ। ਵਾਸ਼ਨਾ ਬੱਧਾ ਆਵੇ ਜਾਏ, ਵਾਸ਼ਨਾ ਕਰਕੇ ਜੀਵ ਦਾ ਜਨਮ ਮਰਨ ਬਣਿਆ। ਤੇ ਕਈ ਵਾਰੀ ਪੁੰਨ ਕਰਮ ਵੀ ਬੰਦਾ ਜਿਹੜੇ ਨੇ ਉਹ ਵਾਸ਼ਨਾ ਦੇ ਵਿੱਚ ਆ ਕੇ ਕਰਦਾ। ਇਹਦੇ ਬਦਲੇ ਮੈਨੂੰ ਆ ਮਿਲੇ, ਜੇ ਇਸ ਜਨਮ 'ਚ ਨਾ ਮਿਲਿਆ ਫੇਰ ਲੈਣ ਆਵੇਗਾ। ਇਉਂ ਬਾਰ-ਬਾਰ ਜਿਹੜੀ ਹੈ ਉਹ ਇਹ ਚੱਕਰ ਜਿਹੜਾ ਚੱਲਦਾ ਰਹਿੰਦਾ ਹੈ, ਤੇ ਜਿਹਦੇ ਕਰਕੇ ਮੁਕਤ ਨਹੀਂ ਹੁੰਦਾ। ਵਾਸ਼ਨਾ ਕਰਕੇ ਇਸ ਦਾ ਆਵਾਗੌਣ ਬਣਿਆ ਹੈ। ਸੋ ਉਰਤੇ ਪਰ ਹਰ ਬਿਦ ਨੀਕੇ, ਆਪਣੇ ਹਿਰਦੇ ਵਿੱਚੋਂ ਇਹ ਵਾਸ਼ਨਾ ਦਾ ਤਿਆਗ ਕਰੋ। ਪਾਵੋ ਆਨੰਦ ਭਾਵ ਤੇ ਜੀ ਕੇ, ਫਿਰ ਮਨ ਪਾਉਂਦੇ ਆਨੰਦ ਪ੍ਰਾਪਤ ਕਰੋਗੇ। ਜਿੱਦਣ ਵਾਸ਼ਨਾ ਚਲੀ ਗਈ ਉਦਣ ਤਾਂ ਸੁੱਤੇ ਸਿੱਧ ਜੋ ਕੁਝ ਪ੍ਰਭੂ ਨੇ ਕਰਮਾਂ ਅਨੁਸਾਰ ਦਿੱਤਾ ਉਹਨੂੰ ਖੇੜੇ ਮੱਥੇ ਪ੍ਰਵਾਨ ਕਰਨ ਵਾਲਾ ਸਦਾ ਆਨੰਦ ਵਿੱਚ ਹੀ ਰਹਿੰਦਾ ਹੁੰਦਾ ਹੈ। ਜਿਹੜਾ ਸਮਾਂ ਚੱਲ ਰਿਹਾ ਹੈ ਉਹਦੇ ਵਿੱਚ ਜੋ ਕੁਝ ਸਾਨੂੰ ਮਿਲ ਰਿਹਾ ਹੈ ਉਹ ਕਰਮਾਂ ਅਨੁਸਾਰ ਮਿਲਿਆ ਹੈ, ਤੇ ਉਹ ਪ੍ਰਾਪਤ ਕਰਕੇ ਪਰਮਾਤਮਾ ਦਾ ਸ਼ੁਕਰ ਕਰੀਏ। ਤੇ ਸ਼ੁਕਰ ਕਰਨ ਵਾਲਾ ਸਦਾ ਆਨੰਦ 'ਚ ਰਹਿੰਦਾ ਹੈ। ਤੇ ਜਿਹੜੇ ਵਾਸ਼ਨਾ ਦੇ ਅੰਦਰ ਮਨ ਭਰੇ ਹਨ ਉਹ ਵਾਸ਼ਨਾ ਕਰਕੇ ਕਦੇ ਬੰਦਾ ਰੱਜਦਾ ਨਹੀਂ, ਕਿਉਂਕਿ ਲੋੜ ਤੋਂ ਵੱਧ ਬੰਦਾ ਮੰਗਦਾ ਹੈ। ਜੇ ਨਹੀਂ ਮਿਲਦਾ ਤੇ ਉਸ ਕਰਕੇ ਦੁਖੀ ਹੁੰਦਾ ਹੈ। ਵਾਸ਼ਨਾ ਜਨਮ ਮਰਨ ਦਾ ਕਾਰਨ ਬਣਦੀ ਹੈ। ਪਰ ਜਿੱਦਣ ਅੰਦਰ ਸੰਤੋਖੀ ਹੋ ਜਾਵੇ, ਉਰ ਤੇ ਪਰਹਰ ਬਿਦ ਨੀਕੇ, ਜਿੱਦਣ ਵਾਸ਼ਨਾ ਦਾ ਤਿਆਗ ਕੀਤਾ ਉਦਣ ਅੰਦਰ ਆਨੰਦ ਭਰ ਜਾਂਦਾ ਹੈ। ਨਾਰਦ ਜਿਹ ਬਿਦ ਮੁਝੇ ਸੁਨਾਵਾ, ਪ੍ਰਹਿਲਾਦ ਜੀ ਕਹਿੰਦੇ ਹੋ ਉਪਦੇਸ਼ ਮੈਨੂੰ ਨਾਰਦ ਨੇ ਸੁਣਾਇਆ ਸੀ। ਇਹ ਪ੍ਰਕਾਰ ਅਬ ਤੁਮ ਪ੍ਰਤ ਗਾਵਾ, ਉਹੀ ਉਪਦੇਸ਼ ਤੁਹਾਨੂੰ ਬਾਲਕੋ ਤੁਹਾਨੂੰ ਮੈਂ ਸੁਣਾਇਆ ਹੈ। ਅਰਪੋ ਕਰਮ ਬਸ਼ਨ ਪਗ ਮਾਹੀ, ਜਿੰਨੇ ਵੀ ਤੁਸੀਂ ਕਰਮ ਕਰਦੇ ਹੋ ਨਾ ਉਹ ਸਾਰੇ ਪ੍ਰਭੂ ਦੇ ਚਰਨਾਂ 'ਚ ਹੀ ਅਰਪਣ ਕਰ ਦਿਓ। ਇਹ ਕਹੋ ਕਿ ਮੈਂ ਤਾਂ ਕੁਝ ਕਰਦਾ ਹੀ ਨਹੀਂ ਆ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ, ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੈ ਆਏ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਕਾਮਨਾ ਤੋਂ ਰਹਿਤ ਹੋ ਕੇ ਕਰਮ ਕਰੋ ਜੋ ਕੁਝ ਕਰਦੇ ਆ। ਜੇ ਕਿਤੇ ਧਰਮ ਦਾ ਕਰਮ ਕੀਤਾ ਤੇ ਫਿਰ ਵੀ ਮਨ 'ਚ ਹਉਮੈ ਆ ਜਾਂਦੀ ਕਿ ਇੰਨਾ ਵੱਡਾ ਕੰਮ ਅਸੀਂ ਕੀਤਾ, ਇੰਨਾ ਦਾਨ ਪੁੰਨ ਕੀਤਾ ਹੈ। ਆਪਣਾ ਜੋ ਵੀ ਕਰਮ ਕਰਦੇ ਹੋ ਪਰਮਾਤਮਾ ਦੇ ਚਰਨਾਂ 'ਚ ਅਰਪਣ ਕਰ ਦਿਓ ਕਿ ਮਾਲਕ ਨੇ ਕਿਰਪਾ ਕਰਕੇ ਕਰਮ ਕਰਾਇਆ ਹੈ ਧਰਮ ਦਾ। ਹੋਇ ਨਹਿ ਕਾਮ ਨਾਮ ਭਜ ਜਾਹੀ, ਨਿਸ਼ਕਾਮ ਹੋ ਕੇ ਕਾਮਨਾ ਤੋਂ ਰਹਿਤ ਹੋ ਕੇ ਪ੍ਰਭੂ ਦਾ ਨਾਮ ਜਪੋ। ਸੁਨੇ ਉਪਦੇਸ਼ ਸਬੈ ਤਬ ਬਲਕਾ, ਇਹ ਉਪਦੇਸ਼ ਪ੍ਰਹਿਲਾਦ ਜੀ ਪਾਸੋਂ ਸਾਰੇ ਬਾਲਕਾਂ ਨੇ ਸੁਣਿਆ ਹੈ। ਉਪਜੀ ਭਗਤ ਦੇ ਦੁਖ ਘਾਲਕ, ਇਹਨਾਂ ਬੱਚਿਆਂ ਦੇ ਬਾਲਕਾਂ ਦੇ ਮਨ ਦੇ ਵਿੱਚ ਹੁਣ ਭਗਤੀ ਭਾਵ ਪੈਦਾ ਹੋ ਗਿਆ। ਜਦੋਂ ਪ੍ਰੇਮਾ ਭਗਤੀ ਪੈਦਾ ਹੋਈ ਤੇ ਅੰਦਰੋਂ ਸਾਰੇ ਹੀ ਦੁੱਖ ਨਾਸ ਹੋ ਗਏ। ਸਿਮਰਨ ਲਗੇ ਨਾਮ ਸੁਖਕਾਰੀ, ਜਿੰਨੇ ਵੀ ਬਾਲਕ ਪ੍ਰਹਿਲਾਦ ਜੀ ਨਾਲ ਉੱਥੇ ਚਾਟਸ਼ਾਲਾ 'ਚ ਪੜ੍ਹਦੇ ਸਨ, ਉਹ ਸਕੂਲ ਦੇ ਵਿੱਚ
ਉਹ ਸਾਰੇ ਹੀ ਪ੍ਰਭੂ ਦਾ ਨਾਮ ਜਪਣ ਲੱਗੇ ਜੋ ਸੁੱਖਾਂ ਨੂੰ ਦੇਣ ਵਾਲਾ ਹੈ। ਹਰ ਗੁਣ ਗਾਏ ਪ੍ਰੇਮ ਕਰ ਭਾਰੀ, ਬਹੁਤਾ ਮਨ ਵਿੱਚ ਪ੍ਰੇਮ ਪੈਦਾ ਹੋਇਆ ਤੇ ਪ੍ਰੇਮ ਦੇ ਨਾਲ ਪ੍ਰਭੂ ਦੇ ਗੁਣ ਗਾਉਣ ਲੱਗੇ। ਊਠਤ ਬੈਠਤ ਗਵਨਤ ਤਬਹੀ, ਉੱਠਦੇ ਸਨ, ਬਹਿੰਦੇ ਸਨ, ਜਾਂ ਕਿਤੇ ਬਾਹਰ ਤੁਰਦੇ ਫਿਰਦੇ ਸਨ। ਨਾਮ ਪੁਕਾਰ ਹੈ ਹਰ ਹਰ ਸਭਹੀ, ਸਾਰੇ ਹੀ ਬਾਲਕ ਹਰੀ ਹਰੀ ਜਪਣ ਲੱਗੇ, ਕਿਉਂਕਿ ਉਦੋਂ ਹਰੀ ਹਰੀ ਦਾ ਜਾਪ ਕਰਦੇ ਸਨ। ਇਸ ਪ੍ਰਕਾਰ ਹਰਨਾਕਸ਼ ਨੇ ਕਿਹਾ ਸੀ, ਮੇਰੇ ਪੁੱਤਰ ਪ੍ਰਹਿਲਾਦ ਨੂੰ ਲੈ ਜਾਓ ਤੇ ਇਹਨੂੰ ਆਪਣੇ ਕੋਲ ਰੱਖ ਕੇ ਤੇ ਮੇਰੇ ਗੁਣ ਗਾਉਣ ਦੀ ਜਾਚ ਦੱਸੋ ਕਿ ਕਵੇ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼। ਪਰ ਪ੍ਰਹਿਲਾਦ ਜੀ ਨੇ ਜਿੰਨੇ ਬਾਲਕ ਨਾਲ ਪੜ੍ਹਦੇ ਸਨ ਸਾਰੇ ਅੰਦਰ ਪ੍ਰੇਮਾ ਭਗਤੀ ਦੀ ਜਾਗ ਲਾ ਦਿੱਤੀ। ਬੱਚੇ ਤੁਰਦਿਆਂ ਫਿਰਦਿਆਂ ਬਹਿੰਦਿਆਂ ਕੋਈ ਵੀ ਕੰਮ ਕਰਦਿਆਂ ਹਰ ਹਰ ਜਪਣ ਲੱਗੇ। ਸੁਕਰ ਸਵਨ ਸਵਨ ਅਸਰੀਤ ਬਿਲੋਕੀ, ਤੇ ਸਾਰਿਆਂ ਨੇ ਸ਼ੁਕਰ ਸਵਨ ਅਸਰੀਤ ਬਲੋਕੀ। ਜਦੋਂ ਸ਼ੁਕਰ ਜਿਹੜਾ ਸੰਡੇ ਅਤੇ ਮਰਕੇ ਦਾ ਬਾਪ ਦੈਂਤਾਂ ਦਾ ਗੁਰੂ ਸੀ ਨਾ, ਜਦੋਂ ਪਾਠਸ਼ਾਲਾ ਵਿੱਚ ਆਇਆ ਉਹਨੇ ਆ ਕੇ ਜਦੋਂ ਸਾਰੇ ਬਾਲਕਾਂ ਦੀ ਇਹ ਰੀਤ ਦੇਖੀ, ਵੀ ਕੁਚਾਲ ਲਖ ਸਭ ਮਤ ਸ਼ੌਕੀ, ਹੁਣ ਇਹਨਾਂ ਦੇ ਹਿਸਾਬ ਦੇ ਨਾਲ ਤੇ ਮਾੜੀ ਚਾਲ ਸੀ ਨਾ। ਜਦੋਂ ਸਾਰੇ ਪ੍ਰਭੂ ਦਾ ਨਾਮ ਜਪ ਰਹੇ ਨੇ ਤੇ ਤਾਂ ਜਪਾ ਰਹੇ ਨੇ ਕਿ ਹਰਨਾਕਸ਼ ਦਾ ਨਾਂ। ਦੈਂਤ ਜਿਹੜੇ ਸਨ ਉਹਨਾਂ ਦੇ ਬਾਲਕਾਂ ਨੂੰ, ਜਦੋਂ ਆ ਕੇ ਉਹਨੇ ਬਾਲਕਾਂ ਨੂੰ ਦੇਖਿਆ ਸਾਰੇ ਹਰੀ ਹਰੀ ਜਪ ਰਹੇ ਨੇ, ਇਹ ਦੇਖ ਕਰਕੇ ਭੈੜੀ ਚਾਲ ਸਮਝਿਆ ਹੈ। ਜਸ ਪਦ ਲੀਨ ਆਪਣੇ ਸਾਥਾ, ਲੱਗਾ ਇਹ ਤਾਂ ਸਾਰੇ ਬੱਚੇ ਵਿਗੜ ਗਏ। ਛੇਤੀ ਦੇ ਨਾਲ ਪ੍ਰਹਿਲਾਦ ਜੀ ਕਹਿੰਦੇ ਮੈਨੂੰ ਆਪਣੇ ਨਾਲ ਲੈ ਲਿਆ ਸ਼ੁਕਰ ਨੇ। ਗਏ ਹੁ ਤੋਜ ਹੈ ਦਾਨਵ ਨਾਥਾ, ਤੇ ਜਿੱਥੇ ਮੇਰਾ ਪਿਤਾ ਦੈਂਤਾਂ ਦਾ ਰਾਜਾ ਹਰਨਾਕਸ਼ ਸੀ, ਨਿਜ ਸੁਤ ਕੋ ਅਬ ਰਖੋ ਅਗਾਰਾ, ਉੱਥੇ ਜਿਹੜਾ ਦੈਂਤਾਂ ਦਾ ਗੁਰੂ ਸੀ ਸ਼ੁਕਰ, ਉਹ ਮੈਨੂੰ ਲੈ ਗਿਆ ਤੇ ਮੇਰੇ ਬਾਪ ਨੂੰ ਜਾ ਕੇ ਕਹਿਣ ਲੱਗਾ ਕਿ ਆਪਣਾ ਪੁੱਤਰ ਆਪਣੇ ਘਰੇ ਰੱਖ। ਸਰਬ ਬੇਗਾਰੀ ਇਨ ਚਟਸਾਰਾ, ਇਹ ਤੇਰੇ ਪੁੱਤਰ ਨੇ ਕੀ ਪੜਨਾ ਹੈ। ਇਸ ਨੇ ਪ੍ਰਹਿਲਾਦ ਨੇ ਤਾਂ ਸਾਰੇ ਬਾਲਕ ਵਿਗਾੜ ਦਿੱਤੇ ਨੇ। ਰੰਚਕ ਡਰਨ ਹੈ ਮਨ ਮਹਿਮਾਨੇ, ਇਸ ਦੇ ਮਨ ਦੇ ਵਿੱਚ ਰੰਚਕ ਮਾਤਰ ਥੋੜਾ ਜਿਹਾ ਵੀ ਡਰ ਨਹੀਂ ਹੈ ਕਿਸੇ ਦਾ। ਭਗਤ ਕਰਨ ਸਭ ਬਾਲ ਸਿਖਾਨੇ, ਸਾਰੇ ਜਿਹੜੇ ਬਾਲਕ ਸਨ ਉਹ ਭਗਤੀ ਕਰਨ ਵਿੱਚ ਲਾ ਦਿੱਤੇ, ਪ੍ਰਭੂ ਦਾ ਸਿਮਰਨ ਕਰਨ ਚ ਲਾ ਦਿੱਤੇ। ਸਾਰੀ ਚਾਟਸ਼ਾਲਾ ਹੀ ਕਹਿ ਰਹੀ ਹੈ ਹਰੀ ਹਰੀ ਜਪ ਰਹੀ ਹੈ। ਦੈਤ ਰਾਜ ਅਗਿਆਨ ਅਰੁੱਡਾ, ਤੇ ਜਿਹੜਾ ਹੁਣ ਦੈਂਤਾਂ ਦਾ ਰਾਜਾ ਸੀ ਹਰਨਾਕਸ਼ ਤਾਂ ਅੱਗੇ ਅਗਿਆਨੀ ਸੀ, ਇਹਦਾ ਮਨ ਅਗਿਆਨਤਾ ਨਾਲ ਭਰਿਆ ਸੀ। ਮਨ ਅਹੰਕਾਰ ਵਡੋ ਮਤ ਮੂਡਾ, ਵੱਡਾ ਮੂਰਖ ਸੀ ਤੇ ਮਨ ਦੇ ਵਿੱਚ ਬਹੁਤ ਹੰਕਾਰ ਸੀ। ਜਾਗਿਓ ਹਿਰਦੇ ਕ੍ਰੋਧ ਵਿਸਾਲਾ, ਜਦੋਂ ਸ਼ੁਕਰ ਤੋਂ ਇਹ ਗੱਲ ਸੁਣੀ ਤੇ ਬੜਾ ਹਿਰਦਾ ਕ੍ਰੋਧ ਨਾਲ ਭਰ ਗਿਆ। ਮਨੋਂ ਦੂਸਰੀ ਪ੍ਰਗਟੀ ਜਵਾਲਾ, ਮਾਨੋ ਕਿ ਹੁਣ ਦੂਜੀ ਅੱਗ ਪ੍ਰਗਟ ਹੋਈ ਹੋਵੇ। ਇਰਸ਼ੇ ਕਰਕੇ ਨੈਣ ਤਰੇਰੇ, ਇਹਨੇ ਆਪਣੇ ਨੈਣ ਤਿੱਖੇ ਕੀਤੇ ਤੇ ਤਰੇੜੇ ਭਾਵ ਟੇਢੀ ਨਿਗਾਹ ਨਾਲ ਦੇਖਿਆ। ਬੋਲਤ ਬਹਾਦਰ ਬਚਨ ਕਨੇਰੇ, ਬੜੇ ਖੋਟੇ ਬਚਨ ਮੇਰੇ ਤਾਈਂ ਕਹਿਣ ਲੱਗਾ। ਮਨ ਮਤੀਰੇ ਮੂੜ ਅਕੁਭਾਗੀ, ਆਪਣੇ ਪੁੱਤਰ ਪ੍ਰਹਿਲਾਦ ਜੀ ਦੇ ਤਾਈਂ ਕਹਿਣ ਲੱਗਾ ਮੰਦੀ ਮਤ ਵਾਲੇ, ਖੋਟੇ ਭਾਗਾਂ ਵਾਲਿਆ ਮੂਰਖਾ, ਮਹਾ ਅਦਮ ਕੁਲ ਰੀਤ ਤਿਆਗੀ, ਬੜਾ ਨੀਚ ਹੈ ਤੂੰ, ਆਪਣੀ ਕੁਲ ਦੀ ਰੀਤ ਹੀ ਛੱਡ ਦਿੱਤੀ ਹੈ। ਕਾਲ ਨਿਕਟਿਆ ਵਾ ਅਬ ਤੇਰੇ, ਹੁਣ ਤੇਰੇ ਨੇੜੇ ਕਾਲ ਆ ਗਿਆ, ਮੌਤ ਤੇਰੇ ਤੇ ਆ ਗਈ ਹੈ। ਆਇ ਸਮੇਟਤ ਹੋਵਤ ਮੇਰੇ, ਤੂੰ ਮੇਰੀ ਆਗਿਆ ਮੋੜਦਾ ਹੈ, ਹੁਣ ਤੇਰੇ ਸਿਰ ਤੇ ਕਾਲ ਆਇਆ ਹੈ। ਇਹ ਬਲ ਕੇ ਅਲੰਬ ਕੁਲ ਘਾਤੀ, ਐ ਕੁਲ ਘਾਤੀ, ਕੁਲ ਨੂੰ ਨਾਸ਼ ਕਰਨ ਵਾਲਿਆ ਤੂੰ ਕਿਹਦੇ ਆਸਰੇ ਹੈ। ਹੈਰਾਨੀ ਤਾਂ ਹਰਨਾਕਸ਼ ਨੂੰ ਹੁੰਦੀ ਸੀ ਨਾ ਕਿ ਮੇਰਾ ਪੁੱਤਰ, ਤਿੰਨ ਲੋਕ ਮੇਰੀ ਆਗਿਆ 'ਚ ਚੱਲਣ ਵਾਲੇ ਆ, ਕੁਲ ਨੂੰ ਨਾਸ਼ ਕਰਨ ਵਾਲੇ ਆ, ਤੇਰੇ ਕੋਲ ਕਿਹੜੀ ਤਾਕਤ ਹੈ, ਤੂੰ ਕਿਹਦੇ ਆਸਰੇ ਆਕੜ ਕਰਦਾ ਹੈ। ਅਸ ਕਹਿ ਹਣੀ ਲਾਤ ਮਮ ਛਾਤੀ, ਗੁੱਸੇ ਵਿੱਚ ਆ ਕੇ ਗੱਲ ਕਹਿ ਕੇ ਪ੍ਰਹਿਲਾਦ ਜੀ ਕਹਿੰਦੇ ਮੇਰੀ ਛਾਤੀ ਦੇ ਵਿੱਚ ਹਰਨਾਕਸ਼ ਪਿਤਾ ਨੇ ਲੱਤ ਮਾਰੀ। ਬਿਕਸੀ ਬਾਨੀ ਬਖਤ ਬਹੋਰੀ, ਕਹਿੰਦੇ ਪਰ ਮੈਂ ਫਿਰ ਵੀ ਹੱਸਿਆ ਤੇ ਹੱਸ ਕੇ ਇਸ ਤਰ੍ਹਾਂ ਕਿਹਾ, ਬੋਲਿਓ ਮੈਂ ਤਬ ਦੋਏ ਕਰ ਜੋਰੀ, ਮੈਂ ਦੋਵੇਂ ਹੱਥ ਜੋੜੇ, ਮੈਂ ਕੋਈ ਨਾਰਾਜ਼ਗੀ ਨਹੀਂ ਜਤਾਈ ਕਿ ਤੂੰ ਪਿਤਾ ਹੈ ਤੇ ਤੂੰ ਮਾਰ ਦਿੱਤਾ ਫਿਰ ਕੀ ਹੋ ਗਿਆ। ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਫਿਰ ਪਿਤਾ ਦੇ ਤਾਈਂ ਕਿਹਾ, ਪਿਤਾ ਜੋ ਕਰੋ ਕ੍ਰੋਧ ਇਦ ਪਾਦੂ, ਪਿਤਾ ਜੀ ਇਹ ਬਿਰਥਾ ਹੀ ਕ੍ਰੋਧ ਕਿਉਂ ਕਰ ਰਹੇ ਹੋ। ਕੈਸੇ ਬਿਕਸਮ ਬੋਲਤ ਨਾਦੂ, ਆਪਣੇ ਬੋਲ ਜਿਹੜੇ ਹਨ ਉਹ ਕਿਸ ਤਰ੍ਹਾਂ ਦੇ ਤੁਸੀਂ ਕੀਤੇ ਨੇ। ਨਹ ਤਬ ਬਲ ਨਹਿ ਮਮ ਬਲ ਕੋ, ਨਾ ਤੁਹਾਡੇ ਵਿੱਚ ਕੋਈ ਤਾਕਤ ਹੈ ਨਾ ਮੇਰੇ ਵਿੱਚ ਕੋਈ ਤਾਕਤ ਹੈ। ਬਲੀ ਅਪਰ ਆਸ਼ਰੈ ਜਗ ਸੋਊ, ਬਲੀ ਤਾਂ ਉਹ ਪਰਮਾਤਮਾ ਹੀ ਹੈ, ਉਹ ਹਰੀ ਪ੍ਰਭੂ ਹੈ ਜਿਹਦੇ ਆਸਰੇ ਸਾਰਾ ਸੰਸਾਰ ਚੱਲ ਰਿਹਾ ਹੈ। ਥਾਵਰ ਜੰਗਮ ਕੀਟ ਵਿਧਾਤਾ, ਇਹ ਜਿੰਨੇ ਵੀ ਪਹਾੜ ਹਨ, ਰੁੱਖ ਹਨ, ਜਾਂ ਜਿਹੜੇ ਚੱਲਣ ਵਾਲੇ ਪਸ਼ੂ ਪੰਛੀ ਹਨ,
ਕੀੜੇ ਹਨ, ਪੰਛੀ ਨੇ ਤੇ ਵਿਧਾਤਾ ਬ੍ਰਹਮਾ ਜੀ ਹਨ। ਜਿਹ ਬਸ ਕਰ ਸਭ ਰਾਖੇ ਤਾਤਾ, ਜਿਸ ਪ੍ਰਭੂ ਦੇ ਵਸ ਦੇ ਵਿੱਚ ਸਾਰਾ ਕੁਝ ਹੈ। ਅਤ ਬਲ ਛਟ ਕਾਲੋ ਕਰ ਕਾਲੂ, ਆਤ ਬਲਿਸ਼ਟ ਕਾਲੋ ਕਰ ਕਾਲੂ। ਜਿਹੜਾ ਪ੍ਰਭੂ ਕਾਲ ਦਾ ਵੀ ਕਾਲ ਹੈ ਨਾ, ਉਹ ਬਹੁਤ ਬਲੀ ਹੈ। ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਕਿ ਕਾਲ ਹੂੰ ਕਿ ਕਾਲ ਹੋ। ਪ੍ਰਭੂ ਕਾਲ ਦਾ ਵੀ ਕਾਲ ਹੈ। ਕਈਆਂ ਨੂੰ ਮਾਣ ਹੋ ਗਿਆ ਕਿ ਅਸੀਂ ਕਾਲ ਹਾਂ। ਹਰਨਾਕਸ਼ ਨੂੰ ਹੋਇਆ, ਰਾਵਣ ਨੂੰ ਹੋਇਆ ਕਿ ਸਾਨੂੰ ਮੌਤ ਆ ਨਹੀਂ ਸਕਦੀ, ਅਸੀਂ ਸਾਰਿਆਂ ਦੇ ਕਾਲ ਹਾਂ। ਪਰ ਪ੍ਰਮਾਤਮਾ ਕਾਲ ਦਾ ਵੀ ਕਾਲ ਹੈ। ਉਹ ਤਾਂ ਆਪ ਸੰਸਾਰ ਦਾ ਅੰਤ ਕਰਕੇ ਫਿਰ ਉਹਦਾ ਸਰੂਪ ਉਸੇ ਤਰ੍ਹਾਂ ਦਾ ਹੀ ਕਾਇਮ ਰਹਿੰਦਾ ਹੈ। ਇਸ ਕਰਕੇ ਪ੍ਰਹਿਲਾਦ ਜੀ ਕਹਿੰਦੇ, ਮੈਂ ਅੱਗੋਂ ਕਿਹਾ ਪਿਤਾ ਜੀ, ਨਾ ਤੁਹਾਡੇ ਵਿੱਚ ਕੋਈ ਤਾਕਤ ਹੈ ਖਤਮ ਕਰਨ ਦੀ, ਨਾ ਮੇਰੇ ਵਿੱਚ ਤਾਕਤ ਤਾਂ ਉਹ ਪ੍ਰਭੂ ਦੇ ਵਿੱਚ ਹੈ ਜਿਹਦੇ ਆਸਰੇ ਸੰਸਾਰ ਹੈ। ਇਸ ਕਰਕੇ ਉਹ ਤਾਂ ਕਾਲ ਦਾ ਵੀ ਕਾਲ ਹੈ। ਖਾਏ ਸਬਹਿ ਮੇਂਢਕ ਜਿਉ ਬਿਆਲੂ, ਤੇ ਉਹ ਕਾਲ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਸੱਪ ਮੇਂਢਕ ਦੇ ਤਾਈਂ ਖਾ ਜਾਂਦਾ ਹੈ ਨਾ, ਡੱਡੂ ਦੇ ਤਾਈਂ, ਉਹ ਸਾਰੇ ਸੰਸਾਰ ਨੂੰ ਇਸ ਤਰ੍ਹਾਂ ਨਿਗਲ ਜਾਂਦਾ ਹੈ। ਬਲ ਜੋ ਮਨ ਤਨ ਬਿਖੈ ਰਖੀ ਕੰ, ਤੇ ਜੋ ਵੀ ਸਾਡੇ ਸਰੀਰ ਦੇ ਵਿੱਚ ਬਲ ਹੈ, ਇੰਦਰੀਆਂ ਵਿੱਚ ਬਲ ਹੈ, ਜਾਨੋ ਤੇ ਪ੍ਰਸਾਦ ਬਿਦਨੀਕੰ, ਇਹ ਸਾਰੀ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਸਾਰਾ ਕਾਰਜ ਕਰ ਰਹੇ ਹਾਂ। ਤਜੋ ਸੁਭਾਉ ਅਸੁਰ ਨਿਜ ਜਾਤੀ, ਆਪਣਾ ਨਾ ਆ ਦੈਂਤਾਂ ਵਾਲੀ ਜਾਤੀ ਵਾਲਾ ਸੁਭਾਅ ਤਿਆਗ ਦਓ। ਮਨ ਜੀਤਨ ਬਿਦ ਕਰ ਭਲ ਭਾਂਤੀ, ਤੇ ਚੰਗੀ ਤਰ੍ਹਾਂ ਕੋਈ ਭਲੀ ਵਿਧੀ ਵਿਚਾਰੋ ਤੇ ਆਪਣੇ ਮਨ ਨੂੰ ਜਿੱਤੋ। ਮਨ ਸਮਾਨ ਨੈ ਸ਼ਤਰੂ ਕੋ, ਮਨ ਦੇ ਸਮਾਨ ਕੋਈ ਵੈਰੀ ਨਹੀਂ ਹੈ ਬੰਦੇ ਦਾ। ਅਨੇਕ ਜਨਮ ਜਗ ਦੇਵਤ ਜੋ, ਜਿਹੜਾ ਅਨੇਕਾਂ ਜਨਮ ਬੰਦੇ ਨੂੰ ਬਾਰ-ਬਾਰ ਭੁਗਾ ਦਿੰਦਾ ਹੈ। ਸੋ ਵਸ ਕਰਨ ਕੋ ਕਰਹੁ ਉਪਾਉ, ਆਪਣੇ ਮਨ ਨੂੰ ਜਿੱਤਣ ਦਾ, ਵਸ ਕਰਨ ਦਾ ਕੋਈ ਉਪਾਅ ਸੋਚੋ। ਨੀਕੀ ਨੀਤ ਅਪਰ ਨਹਿ ਕਾਉ, ਇਹੋ ਹੀ ਚੰਗੀ ਗੱਲ ਹੈ, ਇਸ ਤੋਂ ਬਾਅਦ ਹੋਰ ਕੁਝ ਵੀ ਚੰਗਾ ਨਹੀਂ। ਸ਼ਬਦ ਸਪਰਸ਼ਾਦਿਕ ਇਹ ਘੋਰੇ, ਇਹ ਸ਼ਬਦ ਸਪਰਸ਼ੇ ਘੋੜੇ ਹਨ। ਇਨ ਪਰ ਚੜਤ ਦਸੋ ਦਿਸ਼ ਦੌਰੇ, ਇਹਨਾਂ ਦੇ ਉੱਤੇ ਚੜ ਕੇ ਬੰਦਾ ਦਸਾਂ ਦਿਸ਼ਾਵਾਂ ਵਿੱਚ ਭੱਜ ਰਿਹਾ ਹੈ। ਮਨ ਵਿਖਿਆਨ ਮਹਿ ਅਹੈ ਉਮਵਾਸੂ, ਮਨ ਵਿਸ਼ਿਆਂ ਦੇ ਵਿੱਚ ਆਕੀ ਹੋਇਆ ਹੈ। ਵੱਡ ਹੰਕਾਰ ਕੋਟ ਦਿਦ ਤਾਸੂ, ਇਹ ਹੰਕਾਰ ਦੇ ਕਿਲੇ ਦੇ ਵਿੱਚ ਰਹਿੰਦਾ ਹੈ। ਕਾਮ ਕ੍ਰੋਧ ਲੋਭ ਆਦਿਕ ਜੇ, ਕਾਮ ਕ੍ਰੋਧ ਲੋਭ ਆਦਿਕ ਜਿਹੜੇ ਹਨ, ਸਰਬ ਸਹਾਇਕ ਜਾਨਹੁ ਤੇ, ਇਹ ਸਾਰੇ ਹੀ ਮਨ ਰੂਪੀ ਰਾਜੇ ਜਿਹੜਾ ਆਕੀ ਹੋ ਚੁੱਕਿਆ ਨਾ ਆਪਣੇ ਤੋਂ, ਆਤਮਾ ਤੋਂ, ਕਾਮ ਕ੍ਰੋਧ ਇਤਿਆਦਿਕ ਜਿਹੜੇ ਨੇ ਇਹਦੇ ਸਹਾਇਕ ਨੇ, ਇਹਦੀ ਫਿਰ ਸਹਾਇਤਾ ਕਰਦੇ ਹਨ। ਇਹ ਜੋਦਾ ਦੁਰਜੈ ਸਭ ਮਾਹੇ, ਇਹ ਜਿਹੜੇ ਯੋਧੇ ਹਨ ਤੇ ਇਸੇ ਪ੍ਰਕਾਰ ਦੁਰਜੈ ਸਭ ਮਾਹੀ, ਤੇ ਸਾਰਿਆਂ ਨੂੰ ਜਿੱਤਣੇ ਕਠਨ ਹੋਣਗੇ। ਮਹਾਬਲੀ ਜੀਤੈ ਕੋ ਤਾਹੀ, ਤੇ ਕੋਈ ਮਹਾਬਲੀ ਹੈ ਜਿਹੜਾ ਇਸ ਮਨ ਰੂਪੀ ਰਾਜੇ ਨੂੰ, ਮਨ ਰੂਪੀ ਵੈਰੀ ਨੂੰ ਜਿੱਤ ਲੈਂਦਾ। ਇਹ ਤਾਂ ਕੋਈ ਵਿਰਲਾ ਹੀ ਹੈ ਨਾ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਨਹੀਂ ਤਾਂ ਵੱਡੇ ਵੱਡੇ ਰਾਜੇ ਜਿਨ੍ਹਾਂ ਨੇ ਸੰਸਾਰ ਨੂੰ ਜਿੱਤਿਆ ਸੀ, ਮਨ ਪਿੱਛੇ ਲੱਗਣ ਕਰਕੇ ਆਪਣੀ ਜੀਵਨ ਦੀ ਬਾਜੀ ਨੂੰ ਹਾਰ ਗਏ। ਕਹਿਣ ਲੱਗੇ, ਮੈਂ ਕਿਹਾ ਪਿਤਾ ਜੀ, ਕੋਈ ਵਿਰਲਾ ਹੀ ਮਨ ਰੂਪੀ ਵੈਰੀ ਨੂੰ ਜਿੱਤਦਾ ਹੈ। ਜੇ ਕਰ ਬੂਝੋ ਚਾਹਤ ਉਪਾਉ, ਜੇ ਤੁਸੀਂ ਮੇਰੇ ਪਾਸੋਂ ਮਨ ਜਿੱਤਣ ਦਾ ਉਪਾਅ ਪੁੱਛਦੇ ਹੋ, ਸਤ ਸੰਗਤ ਮਹਿ ਕਰ ਚਿਤ ਚਾਉ, ਫਿਰ ਸਭ ਤੋਂ ਵੱਡਾ ਮਨ ਜਿੱਤਣ ਦਾ ਤਰੀਕਾ ਪਤਾ ਕੀ ਹੈ? ਚਾਅ ਦੇ ਨਾਲ ਆ ਕੇ ਸੰਗਤ 'ਚ ਬੈਠ ਜਾਓ। ਇਹ ਸਭ ਤੋਂ ਵੱਡਾ ਤਰੀਕਾ ਜੇ ਮਨ ਨੂੰ ਜਿੱਤਣ ਦਾ। ਵੱਡੇ ਵੱਡੇ ਯਤਨਾਂ ਦੇ ਨਾਲ ਮਨ ਬਸ ਨਹੀਂ ਆਉਂਦਾ, ਪਰ ਜਦ ਸੰਗਤ ਵਿੱਚ ਆ ਕੇ ਪਿਆਰ ਦੇ ਨਾਲ ਜੁੜ ਜਾਵੇ ਨਾ, ਚਾਅ ਦੇ ਨਾਲ ਆ ਕੇ ਸੰਗਤ 'ਚ ਬੈਠੇ, ਚਲੋ ਬੱਜਾ ਰੁਜੀ ਦੀ ਤਾਂ ਗੱਲ ਵੱਖਰੀ ਹੈ, ਪਰ ਜੇ ਕਿਤੇ ਚਾਅ ਚੜੇ ਕਿ ਮੈਂ ਅੱਜ ਸੰਗਤ ਦੇ ਵਿੱਚੋਂ ਨਾਗਾ ਨਹੀਂ ਕਰਨਾ, ਮੈਂ ਨਿਤਨੇਮ ਸੁਣਨਾ ਹੈ, ਬਾਣੀ ਪੜ੍ਹਨੀ ਹੈ, ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ, ਜੇ ਇਦਾਂ ਚਾਅ ਦੇ ਨਾਲ ਸੰਗਤ ਕਰੇ ਤੇ ਫਿਰ ਮਨ ਵਸ ਵਿੱਚ ਆਉਣ ਲੱਗ ਪੈਂਦਾ ਹੈ। ਫਿਰ ਮਨ ਜਿੱਤਿਆ ਜਾਂਦਾ ਹੈ ਸੰਗਤ ਵਿੱਚ ਆ ਕੇ। ਪਾਰ ਬ੍ਰਹਮ ਕੋ ਸਿਮਰਨ ਕੀਜੈ, ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰੋ। ਹਉਮੈ ਕੋ ਉਰ ਤੇ ਤਜ ਦੀਜੈ, ਹਉਮੈ ਨੂੰ, ਹੰਕਾਰ ਨੂੰ ਆਪਣੇ ਅੰਦਰੋਂ ਤਿਆਗ ਦਓ। ਨਾਮ ਵਿਖੈ ਨਿਜ ਬ੍ਰਿਤ ਟਿਕਾਵੋ, ਨਾਮ ਦੇ ਵਿੱਚ, ਭਗਤੀ ਦੇ ਵਿੱਚ ਆਪਣੀ ਬਿਰਤੀ ਨੂੰ ਟਿਕਾਵੋ। ਅਪਰ ਸਰਬ ਸੰਕਲਪ ਹਟਾਵੋ, ਹੋਰ ਸਾਰੇ ਸੰਕਲਪ ਜਿਹੜੇ ਉੱਠਦੇ ਨੇ ਉਹ ਹਟਾ ਦਓ। ਨਿਸ਼ਚਿੰਤ ਹੋ ਕੇ ਨਾਮ ਜਪੋ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਨਾ ਕਰੋ, ਚਿੰਤਨ ਕਰੋ। ਜੇ ਚਿੰਤਨ ਕਰਾਂਗੇ ਪ੍ਰਭੂ ਦਾ ਤੇ ਕਾਰਜ ਤੇ ਉਹਨੇ ਆਪੇ ਹੀ ਸਵਾਰ ਦੇਣੇ। ਇਸ ਕਰਕੇ ਕੋਈ ਚਿੰਤਾ ਨਾ ਕਰੋ, ਬਸ ਇੱਕ ਪ੍ਰਭੂ ਦਾ ਚਿੰਤਨ ਕਰੋ ਤੇ ਸਾਰੇ ਕਾਰਜ ਰਾਸ ਹੋਣਗੇ। ਇਸ ਪ੍ਰਕਾਰ ਮਨ ਜੀਤਿਓ ਜਾਏ, ਇਸ ਤਰ੍ਹਾਂ ਪਿਤਾ ਜੀ ਮਨ ਜਿੱਤਿਆ ਜਾਂਦਾ ਹੈ। ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਮਨ ਜਿਹੜਾ ਹੈ, ਮੰਨ ਕੇ
ਮਤੇ ਅਨੇਕ ਮਨ ਕੇ ਮਤੇ ਨਾ ਚਾਲੀਏ, ਮਨ ਕੇ ਮਤੇ ਅਨੇਕ ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਜੇ ਮਨ ਪਿੱਛੇ ਲਾ ਕੇ ਚੱਲੋਗੇ ਤੇ ਮਨ ਨੇ ਤਾਂ ਵੱਡੇ ਵੱਡਿਆਂ ਦੇ ਗੋਡੇ ਲਵਾਤੇ। ਸੰਗਤ ਵਿੱਚ ਬੈਠੋ, ਪ੍ਰਭੂ ਦੇ ਨਾਮ ਦਾ ਸਿਮਰਨ ਕਰੋ, ਇਹ ਮਨ ਵਸ ਵਿੱਚ ਆਵੇਗਾ ਉਹਦੀ ਕਿਰਪਾ ਦੇ ਨਾਲ। ਸਰਬ ਦਿਗ ਵਿਜੈ ਤਬ ਤੂੰ ਪਾਈ। ਜੇ ਮਨ ਜਿੱਤਿਆ ਗਿਆ ਤੇ ਫਿਰ ਸਮਝੋ ਸਾਰੇ ਸੰਸਾਰ ਦੇ ਉੱਤੇ ਤੁਸੀਂ ਜਿੱਤ ਪਾ ਲਈ। ਹਾਲੇ ਤੁਸੀਂ ਆਪਣੇ ਜ਼ੋਰ ਦੇ ਨਾਲ ਚਾਹੁੰਦੇ ਹੋ ਨਾ ਸੰਸਾਰ ਨੂੰ ਜਿੱਤਾਂ, ਬਸ ਆਪਣੇ ਮਨ ਨੂੰ ਜਿੱਤ ਲਓ। ਮਨ ਜੀਤਾ ਜਗ ਜੀਤ, ਸਾਰੇ ਸੰਸਾਰ ਵਿੱਚ ਫਤਿਹ ਪਾ ਲਓਗੇ। ਬਿਨ ਮਨ ਜੀਤੇ ਸੂਰ ਕਹਾਵੈ। ਜਿਹੜਾ ਬਿਨਾਂ ਮਨ ਜਿੱਤਿਆਂ ਕਹਿੰਦਾ ਹੈ ਕਿ ਮੈਂ ਸੂਰਮਾ, ਮੈਂ ਰਾਜਾ, ਮੈਂ ਬਹੁਤ ਬਲਵਾਨ ਹਾਂ, ਅਧਿਕ ਆਪ ਕੋ ਬਲੀ ਗਿਨਾਵੈ। ਆਪਣੇ ਆਪ ਨੂੰ ਬਹੁਤਾ ਬਲੀ ਦੱਸਦਾ ਹੈ। ਮਹਤ ਪੁਰਖ ਤੇ ਜਾਣਹਿ ਮੂਢਾ। ਜਿਹੜੇ ਸਿਆਣੇ ਗਿਆਨਵਾਨ ਵਿਦਵਾਨ ਪੁਰਸ਼ ਨੇ ਨਾ, ਉਹਨੂੰ ਮੂਰਖ ਜਾਣਦੇ ਨੇ ਕਿ ਜਿਹੜਾ ਆਪਣੇ ਆਪ ਨੂੰ ਨਹੀਂ ਜਿੱਤ ਸਕਿਆ, ਵਿਕਾਰਾਂ ਨੂੰ ਨਹੀਂ ਜਿੱਤ ਸਕਿਆ, ਮਨ ਨੂੰ ਨਹੀਂ ਜਿੱਤ ਸਕਿਆ, ਉਹ ਕਾਹਦਾ ਜੇਤੂ ਹੈ ਜੀ? ਉਹ ਕਾਹਦਾ ਪਹਿਲਵਾਨ ਹੈ? ਉਹ ਕਾਹਦਾ ਤਾਕਤਵਰ ਹੈ? ਜਿਹੜਾ ਮਨ ਦੇ ਪਿੱਛੇ ਲੱਗ ਕੇ ਤੇ ਸਾਰੇ ਹੀ ਮਾੜੇ ਕਰਮ ਕਰਦਾ ਰਿਹਾ। ਇਸ ਕਰਕੇ ਕਹਿਣ ਲੱਗੇ ਪਿਤਾ ਜੀ, ਭਾਵੇਂ ਕੋ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਪਰ ਜਿਹੜਾ ਮਨ ਨੂੰ ਨਹੀਂ ਜਿੱਤ ਸਕਿਆ ਵਿਦਵਾਨ, ਉਹਨੂੰ ਮੂਰਖ ਹੀ ਸਮਝਦੇ ਹਨ। ਲੱਖ ਨ ਸਕਾਏ ਭੇਦ ਜੋ ਗੂਢਾ। ਜਿਹੜਾ ਇਸ ਡੂੰਘੇ ਭੇਦ ਨੂੰ ਨਹੀਂ ਜਾਣ ਸਕਦਾ ਕਿ ਮਨ ਨੂੰ ਜਿੱਤਿਆਂ ਜੀਵਨ ਦੀ ਮਨੋਰਥ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜਿਹੜਾ ਜੀਵ ਹੈ ਉਹ ਮੁਕਤ ਹੋ ਜਾਂਦਾ ਹੈ ਆਵਾਗਾਉਣ ਦੇ ਚੱਕਰ ਤੋਂ। ਸੁਣੀ ਸਰੋਣ ਮਹਿ ਜਬ ਅਸਬਾਨੀ। ਜਦੋਂ ਕਹਿੰਦੇ ਪਿਤਾ ਨੇ ਮੇਰੀ ਇਹ ਗੱਲ ਕੰਨਾਂ ਨਾਲ ਸੁਣੀ, ਹਿਰਨ ਕਸ਼ਪ ਮਦ ਮੂੜ ਗੁਮਾਨੀ। ਪਰ ਮੂਰਖ ਸੀ, ਮਨ ਦੇ ਵਿੱਚ ਮਾਣ ਸੀ। ਬਾਣੀ ਅੰਦਰ ਬਚਨ ਪੜ੍ਹਦੇ ਹਾਂ, ਪੜਿਆ ਮੂਰਖ ਆਖੀ ਹੈ। ਉਹਦਾ ਕਾਰਨ ਪਤਾ ਕੀ ਹੈ? ਜਿੰਨੀ ਛੇਤੀ ਇੱਕ ਅਗਿਆਨੀ ਬੰਦਾ ਜਾਂ ਅਨਪੜ੍ਹ ਬੰਦਾ ਸਮਝੇਗਾ, ਉਨੀ ਛੇਤੀ ਪੜਿਆ ਲਿਖਿਆ ਨਹੀਂ ਜੇ ਸਮਝਦਾ। ਮਾਲਕ ਦੀ ਕਿਰਪਾ ਹੋਵੇ ਵੱਖਰੀ ਗੱਲ ਹੈ, ਉਹ ਸਤਿਗੁਰੂ ਕਿਰਪਾ ਕਰਕੇ ਉਹਨੂੰ ਸਮਝਾ ਦੇਣ, ਪਰ ਉਹ ਸਮਝਣ ਨੂੰ ਤਾਂ ਤਿਆਰ ਨਹੀਂ ਹੁੰਦਾ ਕਿ ਮੇਰੇ ਵਰਗਾ ਤਾਕਤਵਰ ਕੋਈ ਨਹੀਂ, ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੇਰੇ ਵਰਗਾ ਵਿਦਵਾਨ ਕੋਈ ਨਹੀਂ, ਮੈਂ ਕਿਉਂ ਕਿਸੇ ਦੀ ਗੱਲ ਸੁਣਾ ਤੇ ਸਮਝਾਂ। ਇਸ ਕਰਕੇ ਕਹਿੰਦੇ ਪ੍ਰਹਿਲਾਦ ਜੀ ਕਹਿੰਦੇ ਮੈਂ ਬਹੁਤ ਵਾਰ ਸਮਝਾਇਆ, ਪਰ ਅੱਗੋਂ ਜਿਹਦਾ ਮਨ ਹੀ ਮੂਰਖਤਾ ਨਾਲ ਭਰਿਆ ਸੀ, ਜਿਹੜਾ ਹੱਠ ਧਾਰ ਕੇ ਬੈਠਾ ਸੀ ਮੈਂ ਨਾ ਮੰਨੂ, ਉਹਨੇ ਇੱਕ ਨਾ ਮੰਨੀ। ਔਰ ਮੈਂ ਪ੍ਰਗਟੇ ਰਸਹਿ ਬਹੁਤੀ। ਉਹਦੇ ਹਿਰਦੇ ਵਿੱਚ ਹੋਰ ਵੀ ਜਿਹੜਾ ਗੁੱਸਾ ਸੀ ਉਹ ਭਰ ਗਿਆ। ਅਗਨ ਵਰਤ ਜਨ ਪਾਏ ਆਹੂਤੀ। ਇਸ ਤਰ੍ਹਾਂ ਗੁੱਸੇ ਨਾਲ ਭਰ ਗਿਆ ਕਿ ਮਾਨੋ ਪਹਿਲਾਂ ਅੱਗ ਬਲ ਰਹੀ ਹੋਵੇ ਤੇ ਜਦ ਘਿਓ ਪਾ ਦਈਏ ਨਾ ਤੇ ਅੱਗ ਦਾ ਹੋਰ ਜਿਹੜਾ ਸੀ ਭਾਂਬੜ ਮੱਚਦਾ ਏ। ਇਸ ਤਰ੍ਹਾਂ ਪਹਿਲਾਂ ਗੁੱਸੇ ਨਾਲ ਭਰਿਆ ਸੀ, ਮੇਰੀ ਗੱਲ ਸੁਣ ਕੇ ਹੋਰ ਇਹਦੇ ਅੰਦਰ ਗੁੱਸਾ ਭਰ ਗਿਆ। ਕੰਪਤ ਦੇਹ ਲਾਲ ਅਤ ਨੈਣਾ। ਹਰਨਾਕਸ਼ ਦਾ ਗੁੱਸੇ ਨਾਲ ਸਰੀਰ ਕੰਬਣ ਲੱਗ ਪਿਆ, ਅੱਖਾਂ ਲਾਲ ਕਰ ਲਈਆਂ। ਕਾਟ ਅਦਰਨ ਚਿਤ ਮਹਿ ਚੈਨਾ। ਆਪਣੇ ਬੁੱਲਾਂ ਨੂੰ ਕੱਟਣ ਲੱਗਾ ਦੰਦਾਂ ਦੇ ਨਾਲ ਤੇ ਇਹਦੇ ਚਿੱਤ ਵਿੱਚ ਚੈਨ ਨਹੀਂ ਸੀ, ਬੇਚੈਨ ਹੋ ਗਿਆ। ਨਖਸ਼ਕ ਦਾਰੁਨ ਭੇਦ ਬਨਾਵਾ। ਆਪਣਾ ਜਿਹੜਾ ਰੂਪ ਸੀ ਨੇ ਬੜਾ ਭਿਆਨਕ ਬਣਾ ਲਿਆ। ਨਾਸ਼ੈ ਨਿਕਸ ਧੂਮ ਨਬਸ਼ਾਵਾ। ਤੇ ਨਾਸਾਂ ਵਿੱਚੋਂ ਧੂਆਂ ਨਿਕਲਣ ਲੱਗਾ, ਗੁੱਸੇ ਦੇ ਨਾਲ ਆਕਾਸ਼ ਵੱਲ ਉੱਡਦਾ ਸੀ। ਉਤੇ ਸਬਾਸਦ ਜੇ ਤਿਹ ਥਾਨਾ। ਜਿੰਨੀ ਭਰੀ ਸਭਾ ਲੱਗੀ ਹੋਈ ਸੀ, ਡਰ ਕਰ ਧਰ ਕੇ ਕਛ ਨਾ ਬਖਾਨਾ। ਸਾਰੇ ਹਰਨਾਕਸ਼ ਦਾ ਕ੍ਰੋਧੀ ਰੂਪ ਦੇਖ ਕਰਕੇ ਬਹੁਤ ਡਰ ਗਏ ਤੇ ਕੋਈ ਵੀ ਅੱਗੇ ਆ ਕੇ ਕੁਝ ਨਾ ਬੋਲ ਸਕਿਆ। ਦੋਹਰਾ ਸਤਿਗੁਰ ਮਮ ਬੈਰੀ ਕਟਹੁ ਨਿਜ ਬੇਰੀ ਪ੍ਰਚਾਰ। ਹਾਂਜੀ, ਅੱਗੇ ਕਵੀ ਜੀ ਅਧਿਆਇ ਅਗਲਾ ਆਰੰਭ ਕਰਦੇ ਹਨ। ਪਹਿਲਾਂ ਮੰਗਲ ਲਿਖਦੇ ਨੇ। ਹੁਣ ਇਸ ਦੋਹਰੇ ਦੇ ਵਿੱਚ 4 ਵਾਰ ਜਿਹੜਾ ਉਹ ਬੇਰੀ ਸ਼ਬਦ ਆਇਆ ਹੈ ਤੇ ਕਵੀ ਜੀ ਦੀ ਵਿਦਵਤਾ ਦੇਖੋ ਕਿ ਚਾਰੇ ਬੇਰੀਆਂ ਦੇ ਅਰਥ ਵੱਖੋ ਵੱਖਰੇ ਨੇ। ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪ੍ਰਚਾਰ। ਇਸ ਬੇਰੀ ਹਵੈ ਭਵ ਸੁਫਲ ਬਿਨ ਬੇਰੀ ਕਰ ਪਾਰ। ਕਹਿਣ ਲੱਗੇ ਸਤਿਗੁਰੂ ਮੇਰੇ ਪੈਰਾਂ ਵਿੱਚ ਜਿਹੜੀ ਬੇੜੀ ਪਈ ਆ ਉਹ ਕੱਟ ਦਓ ਤੇ ਆਪਣੀ ਬੇੜੀ ਦੇ ਉੱਤੇ ਮੈਨੂੰ ਚਾੜ ਲਓ ਤੇ ਇਸ ਬੇਰੀ ਭਾਵ ਇਸ ਵਾਰੀ ਮੇਰਾ ਜਨਮ ਸਫਲਾ ਹੋ ਜਾਵੇ। ਬਿਨ ਬੇਰੀ ਕਰ ਪਾਰ, ਤੇ ਬਿਨਾਂ ਦੇਰੀ ਤੋਂ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਓ ਆਪਣੀ ਨਾਮ ਦੀ ਬੇੜੀ ਤੇ ਚਾੜ ਕੇ। ਸ੍ਰੀ ਬਾਲਾ ਸੰਧੁਰ ਵਾਚ। ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਅੱਗੇ ਕਥਾ ਸੁਣਾਉਂਦੇ ਹਨ। ਚਾਓ ਪਈ ਸ੍ਰੀ ਗੁਰੂ ਅੰਗਦ ਜੀ ਇਹ ਕਥਾ। ਹੈ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਇਹ ਜੋ ਕਥਾ ਹੈ। ਜਥਾ ਪ੍ਰਹਲਾਦ ਭਣੀ ਸੁਣ ਤਥਾ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਨੇ ਸਾਨੂੰ ਸੁਣਾਈ ਨਾ, ਉਸੇ ਤਰ੍ਹਾਂ ਆਪ ਸਰਵਣ ਕਰੋ। ਹਿਰਨ ਕਸ਼ਪ ਸੁਨ ਵਿਸ਼ਨ ਉਪਾਸਨ। ਜਦੋਂ ਹਿਰਨ ਕਸ਼ ਜਿਹੜਾ ਹਰਨਾਕਸ਼ ਸੀ ਉਹਨੇ ਸੁਣਿਆ ਹੈ ਵਿਸ਼ਨ ਉਪਾਸਨ,
ਕਿ ਪ੍ਰਭੂ ਦਾ ਭਗਤ ਹੈ। ਭਇਓ ਕ੍ਰੋਧ ਮੈਂ ਮਨੋ ਹੁਤਾਸਨ। ਤੇ ਹਰਨਾਕਸ਼ ਦੇ ਅੰਦਰ ਜਿਹੜਾ ਕ੍ਰੋਧ ਸੀ ਉਹ ਇਸ ਤਰ੍ਹਾਂ ਪ੍ਰਗਟ ਹੋਇਆ ਮਾਨੋ ਕਿ ਅੱਗ ਹੀ ਬਲੀ ਹੋਵੇ। ਮਾਰਨ ਚਹਿਸ ਮੰਦ ਮਤ ਮਾਨੀ। ਹੁਣ ਮੰਦਮਤੀ ਮਾਨੀ ਹੰਕਾਰੀ ਜਿਹੜਾ ਸੀ ਉਹ ਮੈਨੂੰ ਮਾਰਨਾ ਚਾਹੁੰਦਾ ਸੀ। ਮੁਖ ਤੇ ਬੋਲਿਓ ਬਿਖਵਤ ਬਾਨੀ। ਆਪਣੇ ਮੁਖ ਦੇ ਵਿੱਚੋਂ ਇਸ ਤਰ੍ਹਾਂ ਜ਼ਹਿਰ ਵਰਗੀ ਬਾਣੀ ਬੋਲਣ ਲੱਗਾ। 63 ਬਾਲਿਕ ਮੋਹ ਬਿਨ ਸੀ ਈਸਾ। ਐ ਮੂਰਖ ਬਾਲਕਾ ਮੋਹ ਬਿਨ ਈਸ਼ਾ। ਦੱਸ ਤਾਂ ਸਹੀ ਮੇਰੇ ਤੋਂ ਬਿਨਾ ਈਸਾ ਪਰਮਾਤਮਾ ਕੌਣ ਹੈ, ਰੱਬ ਕੌਣ ਹੈ? ਕਹੋ ਕਹਾ ਨਤ ਕਾਟੋ ਕੀ ਸੀਸਾ। ਦੱਸ ਤਾਂ ਸਹੀ ਮੇਰੇ ਤੋਂ ਬਿਨਾ ਕਿਹੜਾ ਰੱਬ ਹੈ? ਜੇ ਤੂੰ ਮੈਨੂੰ ਇੱਥੇ ਦੱਸੇਗਾ, ਉਹਨੂੰ ਪ੍ਰਗਟ ਕਰੇਗਾ ਤੇ ਠੀਕ, ਨਹੀਂ ਤਾਂ ਤੇਰਾ ਸਿਰ ਹੀ ਮੈਂ ਕੱਟ ਦਾਂਗਾ। ਹੱਸ ਕੇ ਮਿਆਨ ਹੈ ਤੇ ਸੁਮਹਾਨਾ। ਇਸ ਤਰ੍ਹਾਂ ਕਹਿ ਕੇ ਉਹਨੇ ਬੜੇ ਗੁੱਸੇ ਵਿੱਚ ਆ ਕੇ ਤੇ ਆਪਣਾ ਹੱਥ ਜਿਹੜਾ ਸੀ ਤਲਵਾਰ ਦੇ ਉੱਤੇ ਪਾਇਆ ਤੇ ਮਿਆਨ ਦੇ ਵਿੱਚੋਂ ਖੈਂਚ ਖੜਗ ਕਰ ਮਹਿ ਚਮਕਾਨਾ। ਭਰੀ ਸਭਾ ਦੇ ਵਿੱਚ ਜਿਹੜੀ ਸੀ ਉਹ ਖੜਗ ਜਿਹੜੀ ਸੀ ਤਲਵਾਰ ਜਿਹੜੀ ਸੀ ਮਿਆਨ ਚੋਂ ਬਾਹਰ ਧੂ ਲਈ। ਹੋਰ ਖਵਾਰੋ ਦਿਹੋ ਬਤਾਈ। ਕਹਿਣ ਲੱਗਾ ਦੱਸ ਹੁਣ ਤੇਰਾ ਇੱਥੇ ਕੌਣ ਰਾਖਾ ਹੈ? ਅਬ ਜਮ ਧਾਮੈ ਦਿਓ ਪਠਾਈ। ਹੁਣ ਮੈਂ ਤੇਰਾ ਸਿਰ ਧੜ ਨਾਲੋਂ ਵੱਖ ਕਰਕੇ ਤੈਨੂੰ ਜਮਾਂ ਦੇ ਘਰ ਭੇਜ ਦਾਂਗਾ। ਸੁਣ ਕਰ ਮੈਂ ਤਬ ਗਿਰਾ ਅਲਾਈ। ਪਿਤਾ ਦੀ ਇਹ ਕਠੋਰ ਬੋਲ ਸੁਣ ਕੇ ਪ੍ਰਹਿਲਾਦ ਜੀ ਕਹਿੰਦੇ ਅੱਗੋਂ ਮੈਂ ਕਿਹਾ ਪਰਪੂਰਨ ਹੈ ਸਭਨੀ ਥਾਈ। ਐ ਪਿਤਾ ਜੀ ਉਹ ਪ੍ਰਮਾਤਮਾ ਉਹ ਪ੍ਰਭੂ ਉਹ ਰੱਬ ਮੇਰਾ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ, ਲਬਾ ਲਬ ਭਰਿਆ ਹੈ। ਇਹ ਬਹੀਨ ਕੋ ਥਾਨ ਨਾ ਉਨਾ। ਕੋਈ ਐਸਾ ਥਾਨ ਹੈ ਹੀ ਨਹੀਂ ਜਿੱਥੇ ਉਹ ਪ੍ਰਭੂ ਨਾ ਹੋਵੇ। ਤੁਸੀਂ ਕਹਿੰਦੇ ਹੋ ਕਿ ਦੱਸ ਕਿੱਥੇ ਹੈ ਇੱਥੇ, ਪਰ ਉਹਦੇ ਤੋਂ ਬਿਨਾ ਕੋਈ ਥਾਂ ਹੈ ਹੀ ਨਹੀਂ ਹੈ। ਜੜ ਜੰਗਮ ਮੈਂ ਪਿਖੋ ਨਾ ਉਸੂਨਾ। ਜਿੰਨੇ ਵੀ ਜੜ ਹਨ, ਪੱਥਰ ਨੇ, ਪਹਾੜ ਨੇ, ਰੁੱਖ ਨੇ, ਜਾਂ ਚੱਲਣ ਵਾਲੇ ਜਿੰਨੇ ਵੀ ਜੀਵ ਜੰਤੂ ਨੇ, ਉਹਦੇ ਤੋਂ ਬਿਨਾ ਸਾਰੇ ਹੀ ਸੂਨੇ ਖਾਲੀ ਨੇ। ਕਹਤ ਜੇ ਹੈ ਜੜ ਜੰਗਮ ਮਾਹੀ। ਜਾਂ ਉਹਦੇ ਤੋਂ ਬਿਨਾ ਪ੍ਰਭੂ ਤੋਂ ਬਿਨਾ ਤੇ ਕੁਝ ਹੋਰ ਹੈ ਹੀ ਨਹੀਂ। ਹਾਂਜੀ, ਇਹ ਸਤੰਭ ਮੈਂ ਦੀਸਤ ਨਾਹੀ। ਤੇ ਅੱਗੋਂ ਕਹਿਣ ਲੱਗਾ ਕਹਿਤ ਜੇ ਕੋ ਥਾਨ ਨਾ ਊਨਾ, ਜੇ ਹੈ ਜੜ ਜੰਗਮ ਮਾਹੀ। ਹਰਨਾਕਸ਼ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਜੇ ਤੇਰਾ ਰੱਬ ਸਾਰੀਆਂ ਥਾਵਾਂ ਤੇ ਹੈ ਤੇ ਦੱਸ ਫਿਰ ਇਹ ਜਿਹੜਾ ਥੰਮ ਹੈ ਇਸ ਥੰਮ ਵਿੱਚ ਹੈ ਕਿ ਨਹੀਂ? ਬ੍ਰਿਥਾ ਭਗਤ ਬਾਲਕ ਮਤ ਮੰਦੇ। ਐ ਮੰਦੀ ਮਤ ਵਾਲੇ ਬਾਲਕਾ ਤੂੰ ਫਜ਼ੂਲ ਹੀ ਬੋਲ ਰਿਹਾ ਹੈ। ਅਬ ਹੈ ਕਰੋ ਤਵ ਸੀਸ ਨਿਕੰਦੇ। ਹੁਣੇ ਹੀ ਤਲਵਾਰ ਦੇ ਨਾਲ ਮੈਂ ਤੇਰਾ ਸਿਰ ਧੜ ਨਾਲੋਂ ਵੱਖ ਕਰ ਦਾਂਗਾ। ਮੈਂ ਨਿਸ਼ਚੇ ਤਰ ਹਿਰਦੇ ਵਿਸੇਖੂ। ਪ੍ਰਹਿਲਾਦ ਜੀ ਕਹਿੰਦੇ ਮੈਂ ਤਾਂ ਨਿਸ਼ਚੇ ਕਰਕੇ ਭਰੋਸੇ ਕਰਕੇ ਆਪਣੇ ਹਿਰਦੇ ਦਾ ਭਰੋਸਾ ਜਿਹੜਾ ਸੀ ਉਹ ਪੱਕਾ ਕੀਤਾ ਸੀ ਤੇ ਵਿਸ਼ੇਸ਼ ਕਰਕੇ ਕਹਿਓ ਥੰਮ ਦਿਸ਼ ਭਲ ਬਿਦ ਦੇਖੋ। ਮੈਂ ਆਪਣੇ ਪਿਤਾ ਹਰਨਾਕਸ਼ ਨੂੰ ਕਿਹਾ, ਹਰਨਾਕਸ਼ ਨੂੰ ਕਿਹਾ ਪਿਤਾ ਦੇਖ ਤਾਂ ਸਹੀ ਇਸ ਥੰਮ ਦੇ ਉੱਤੇ ਆਪਣਾ ਧਿਆਨ ਤਾਂ ਟਿਕਾ। ਅਹ ਬਿਸ਼ਨ ਤਿਹ ਮਹਿ ਲਖ ਸਾਚੂ। ਉਹ ਮੇਰਾ ਪ੍ਰਭੂ ਮਾਲਕ ਇਸ ਥੰਮ ਦੇ ਵਿੱਚ ਵੀ ਮੌਜੂਦ ਹੈ ਤੇ ਸੱਚ ਜਾਣ। ਤੋਹੇ ਨ ਦੀਸਤ ਮਤ ਮੈਂ ਕਾਚੂ। ਤੈਨੂੰ ਪਤਾ ਕਿਉਂ ਨਹੀਂ ਦਿਸਦਾ? ਮਤ ਮੈਂ ਕਾਚੂ। ਜੇ ਮਤ ਕੱਚੀ ਹੋਏ ਨਾ, ਜੇ ਨੇਤਰਾਂ ਦੇ ਅੱਗੇ ਫੋਲੇ ਆਪਣੇ ਪਏ ਹੋਣ ਤੇ ਇਹ ਨਹੀਂ ਕਹੀਦਾ ਕਿ ਜੋ ਕੁਝ ਅੱਗੇ ਹੈ ਉਹ ਹੈ ਹੀ ਨਹੀਂ। ਹੁਣ ਤੈਨੂੰ ਨਹੀਂ ਦਿਸਦਾ ਤੇ ਇਹਦਾ ਇਹ ਮਤਲਬ ਤੇ ਨਹੀਂ ਕਿ ਉਹ ਹੈ ਹੀ ਨਹੀਂ। ਜਿਹੜੇ ਸੰਸਾਰ ਦੇ ਵਿੱਚ ਇਹ ਕਹਿੰਦੇ ਨੇ ਕਿ ਉਹ ਪ੍ਰਭੂ ਹੈ ਕਿੱਥੇ, ਰੱਬ ਕਿੱਥੇ, ਉਹਨਾਂ ਦੇ ਨੇਤਰਾਂ ਅੱਗੇ ਭਰਮ ਦੇ ਫੋਲੇ ਪਏ ਨੇ। ਕਸੂਰ ਤੇ ਆਪਣਾ ਹੈ। ਜਿਨ੍ਹਾਂ ਨੇ ਭਗਤੀ ਕਰਕੇ ਸਿਮਰਨ ਕਰਕੇ ਉਹ ਪ੍ਰਮਾਤਮਾ ਨੂੰ ਇਹ ਦੇਖ ਲਿਆ ਕਿ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਕਹਿਣ ਲੱਗੇ ਪਿਤਾ ਜੀ ਮਤ ਵਿੱਚ ਤਾਂ ਆਪਣੀ ਖੋਟ ਹੈ, ਉਹ ਪ੍ਰਭੂ ਤਾਂ ਥੰਮ ਦੇ ਵਿੱਚ ਵੀ ਹੈ। ਅਸ ਸੁਨ ਕੋਪ ਥੰਬ ਦਿਸ਼ ਦੇਖਾ। ਕਹਿੰਦੇ ਗੁੱਸੇ ਵਿੱਚ ਆ ਗਿਆ ਪਿਤਾ ਹਰਨਾਕਸ਼ ਤੇ ਬੜੇ ਕ੍ਰੋਧ ਦੇ ਨਾਲ ਉਹਨੇ ਥੰਮ ਵੱਲ ਦੇਖਿਆ। ਖੜਗ ਮੁਸ਼ਟ ਹਨ ਜੋਰ ਬਿਸ਼ੇਖਾ। ਉਹ ਜਿਹੜੀ ਕਿਰਪਾਨ ਹੱਥ ਵਿੱਚ ਫੜੀ ਸੀ ਨਾ, ਉਹਦਾ ਮੁੱਠਾ ਜ਼ੋਰ ਦੇ ਨਾਲ ਉਸ ਥੰਮ ਦੇ ਉੱਤੇ ਵਾਰ ਕੀਤਾ। ਭਇਓ ਸ਼ਬਦ ਧਾਰਨ ਨਿਤ ਘੋਰਾ। ਕਹਿੰਦੇ ਬਸ ਉਹ ਮੁੱਠ ਥੰਮ ਦੇ ਉੱਤੇ ਮਾਰਨ ਦੀ ਦੇਰ ਸੀ ਤੇ ਬਹੁਤ ਇੱਕ ਭਿਆਨਕ ਜਿਹੜਾ ਸੀ ਉਹ ਸ਼ਬਦ ਪ੍ਰਗਟ ਹੋਇਆ। ਜਨ ਬ੍ਰਹਮੰਡ ਦੀਨ ਕਿਨ ਫੋਰਾ। ਬੜਾ ਡਾਢਾ ਜਿਹੜਾ ਸ਼ਬਦ ਉੱਠਿਆ, ਮਾਨੋ ਬ੍ਰਹਮੰਡ ਹੀ ਪਾਟ ਗਿਆ ਹੋਵੇ। ਸੁਨੋ ਵਿਧਾਤੇ ਆਪਣੋ ਲੋਕਾ। ਸੁਨਿਓ ਵਿਧਾਤੇ ਆਪਣੇ ਲੋਕਾ। ਇੰਨਾ ਜ਼ਿਆਦਾ ਖੜਾਕ ਹੋਇਆ ਕਿ ਮਾਨੋ ਬ੍ਰਹਮ ਲੋਕ ਤੱਕ ਵੀ ਸੁਣਿਆ ਹੋਵੇ। ਪਰਲੈ ਕਾਲ ਲਖ ਸਭ ਕਿਉ ਸ਼ੋਕਾ। ਜਦੋਂ ਇਹ ਦੇਖਿਆ ਸਾਰਿਆਂ ਨੇ ਕਿ ਇੰਨਾ ਖੜਾਕ, ਸਾਰੇ ਜਾਣਗੇ ਕਿ ਹੁਣ ਤਾਂ
ਪਰਲੋ ਹੀ ਆ ਲੱਗੀ ਹੈ। ਬਦਰ ਭਏ ਜੇ ਸਭਾ ਮਜਾਰੀ ਤੇ ਜਿੰਨੀ ਵੀ ਸਭਾ ਭਰੀ ਹੋਈ ਸੀ ਇਹ ਖੜਾਕ ਸੁਣ ਕੇ ਸਾਰਿਆਂ ਦੇ ਕੰਨ ਬੋਲੇ ਹੋ ਗਏ। ਗਿਰੇ ਕਿਤਕ ਤਹਿ ਖਾਏ ਪਵਾਰੀ ਕਈ ਤਾਂ ਇਹ ਖੜਾਕ ਬਰਦਾਸ਼ਤ ਹੀ ਨਾ ਕਰ ਸਕੇ, ਪੁਆਟਣੀਆਂ ਖਾ ਕੇ ਸਭਾ 'ਚ ਡਿੱਗੇ ਹਨ। ਸਭ ਦਾਤਨ ਕੀ ਸ਼ੁੱਧ ਤਬ ਨਾਸ਼ੀ ਸਾਰੇ ਦੈਂਤਾਂ ਦੀ ਉਸ ਵੇਲੇ ਮੱਤ ਮਾਰੀ ਗਈ। ਚਾਰੋ ਦਿਸ ਮੈਂ ਧੁਨ ਜੋ ਪ੍ਰਕਾਸ਼ੀ ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਸੁਣਦਾ ਨਦ ਜੇਸ ਚਕਰ ਚਿਤ ਮਾਹੀ ਜਦੋਂ ਅਰਣਾਕਸ਼ ਨੇ ਆਵਾਜ਼ ਸੁਣੀ, ਖੜਾਕ ਸੁਣਿਆ ਤੇ ਚਿੱਤ ਵਿੱਚ ਬੜਾ ਹੈਰਾਨ ਹੋਇਆ। ਲੋਚਨ ਗੋਚਰ ਪਿਖਿਅਤ ਨਾਹੀ ਨੇਤਰਾਂ ਦੇ ਨਾਲ ਇਹਨੂੰ ਕੁਝ ਦਿਸਦਾ ਨਹੀਂ ਸੀ, ਕੰਨਾਂ ਦੇ ਸੁਣ ਕੇ ਹੀ ਇੰਨੀ ਆਵਾਜ਼ ਨੂੰ ਸਾਰੇ ਹੈਰਾਨ ਹੋਏ ਨੇ। ਇੰਨਾ ਖੜਾਕ ਹੋਇਆ ਜਿਹੜਾ ਬ੍ਰਹਿਮੰਡ ਵਿੱਚ ਸੁਣਿਆ ਗਿਆ। ਕਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਵਾਸਤੇ ਪ੍ਰਭੂ ਨੇ ਨਰਸਿੰਘ ਰੂਪ ਭੇਜਿਆ ਹੈ। ਜਿਸ ਤਰ੍ਹਾਂ ਨਰਸਿੰਘ ਹਰਨਾਕਸ਼ ਦੇ ਤਾਈਂ ਇਹਦਾ ਵੱਧ ਕਰਦੇ ਹਨ, ਇਹ ਵਿਚਾਰ ਰਹਿੰਦੀ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ, ਕਿਉਂਕਿ ਸਮਾਂ ਸਮਾਪਤੀ ਤੇ ਹੈ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਜਿਹੜੇ ਤਰਕਵਾਦੀ ਕਹਿੰਦੇ ਨੇ ਕਿ ਕਿੱਥੇ ਹੈ ਰੱਬ, ਜਦੋਂ ਭਗਤਾਂ ਨੇ ਪ੍ਰਭੂ ਦੀ ਭਗਤੀ ਕੀਤੀ, ਦ੍ਰਿੜ ਭਰੋਸੇ ਦੇ ਨਾਲ, ਨਿਸ਼ਚੇ ਦੇ ਨਾਲ ਕਿਹਾ ਕਿ ਰੱਬ ਮੇਰਾ ਥੰਮ ਦੇ ਵਿੱਚ ਵੀ ਮੌਜੂਦ ਹੈ, ਫਿਰ ਮਹਾਰਾਜ ਦੇ ਬਚਨ ਬਾਣੀ ਅੰਦਰ ਪੜ੍ਹਦੇ ਹਨ, ਪ੍ਰਭ ਥੰਮ ਤੇ ਨਿਕਸੈ ਕੈ ਵਿਸਥਾਰ, ਹਰਨਾਕਸ਼ ਛੇਦਿਓ ਨਖ ਅਪਾਰ। ਕਹਿੰਦੇ ਫਿਰ ਥੰਮ ਤੋਂ ਹੀ ਪ੍ਰਗਟ ਹੋ ਗਏ। ਤੇ ਜਿਸ ਤਰ੍ਹਾਂ ਫਿਰ ਹਰਨਾਕਸ਼ ਨੂੰ ਨੌਹਾਂ ਦੇ ਨਾਲ ਪਾੜ ਦਿੱਤਾ, ਉਹ ਵਿਚਾਰ ਆਪਾਂ ਪ੍ਰਸੰਗ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਪੁੱਲਾਂ ਚੁੱਕਾਂ ਦੀ ਖੇਮਾ ਕਰਨੀ ਜੀ। ਅਰਦਾਸ ਕਰੀਏ ਮਾਲਕ ਦੇ ਚਰਨਾਂ ਵਿੱਚ ਕਿ ਸਾਡੇ ਅੰਦਰ ਵੀ ਐਸਾ ਭਰੋਸਾ ਵੱਧ ਜਾਵੇ, ਪ੍ਰਭੂ ਭਗਤੀ ਕਰਕੇ, ਸਿਮਰਨ ਕਰਕੇ ਇਹ ਦੇਹੀ ਨੂੰ ਸਫਲਾ ਕਰ ਸਕੀਏ। ਲੋਕ ਸੁਹੇਲੇ ਪਰਲੋਕ ਸੁਹੇਲੇ ਹੋ ਸਕਣ। ਸੋ ਆਓ ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਸੁਣਦਨ ਜੇਸ਼ ਚਕਰ ਚਿਤ ਮਾਹੀ, ਲੋਚਨ ਗੋਚਰ ਪਿਖਿਅਤ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਨਾਸੀ, ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਦਾਸ। ਹੇ ਸੰਗੀ ਹੈ ਨਿਰੰਕਾਰ, ਹੇ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨੇਦਾਰਾਂ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋ। ਕੋਈ ਨਾਨਕ ਦੀਜੈ ਨਾਮ ਦਾਨ, ਰਾਖੋ ਹਿਐ ਪਰੋਏ। ਹਾਏ ਪ੍ਰਭ ਸਰਨਾਗਤੀ ਕਿਰਪਾ ਨਿਧ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਕਥਨਤਾ ਪ੍ਰਤ ਹੋਤ ਹੈ, ਸੁਨੋ ਸੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਕਥਨਤਾ ਪ੍ਰਤ ਹੋਤ ਹੈ, ਸੁਨੋ ਸੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।